मैं डॉक्टर विनीत कुमार सिंगला ਲੈਕਚਰਰ ਕਮਰਸ ਸ਼ਹੀਦ ਸੈਕੰਡਰੀ ਸਕੂਲ ਬੋਹਾ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ। ਸਭ ਤੋਂ ਪਹਿਲਾਂ ਅੱਜ ਸਾਰੇ ਬੱਚਿਆਂ ਨੂੰ ਗੁੱਡ ਮਾਰਨਿੰਗ ਨਮਸਕਾਰ। ਉਸ ਤੋਂ ਬਾਅਦ ਅਸੀਂ ਇੱਕ ਪਿੰਡ ਦੀ ਕਹਾਣੀ ਬਾਰੇ ਪੜ੍ਹਾਂਗੇ। ਇਹ ਤੁਹਾਡਾ ਅਰਥ ਸ਼ਾਸਤਰ ਦਾ ਲੈਸਨ ਹੈ ਜੀ। ਤਾਂ ਆਪਾਂ ਅੱਜ ਇੱਕ ਪਿੰਡ ਦੀ ਕਹਾਣੀ ਬਾਰੇ ਪੜ੍ਹਾਂਗੇ। ਤੁਸੀਂ ਕਿਸੇ ਪਿੰਡ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਉਹਦੇ ਵਿੱਚ ਉਤਪਾਦਨ ਕਿਰਿਆਵਾਂ ਹੁੰਦੀਆਂ ਨੇ, ਪਰੰਤੂ ਜਿਵੇਂ ਤੁਸੀਂ ਰੋਟੀ, ਕੱਪੜਾ, ਮਕਾਨ, ਮਨੋਰੰਜਨ ਲਈ ਸਾਧਨ ਵਰਤਦੇ ਹਾਂ, ਅਸੀਂ ਇਸ ਤਰ੍ਹਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਉਪਯੋਗ ਕਰਦੇ ਹਾਂ, ਪਰੰਤੂ ਸਾਨੂੰ ਉਹਦੇ ਬਾਰੇ ਗਿਆਨ ਨਹੀਂ ਹੈਗਾ। ਤਾਂ ਅਸੀਂ ਇੱਕ ਲੈਸਨ ਦੇ ਵਿੱਚ ਜਿਹੜਾ ਅੱਜ ਦੀਆਂ ਇਹ ਚਰਚਾਵਾਂ ਕਰਾਂਗੇ। ਕੁਛ ਗੱਲਾਂ ਨੇ ਜਿਹੜੀਆਂ ਆਪਾਂ ਨੇ ਪਿਛਲੇ ਲੈਸਨ ਦੇ ਵਿੱਚ ਕੀਤੀਆਂ, ਪਰ ਉਹਦੇ ਆਪਾਂ ਰਿਵਾਈਜ਼ ਦੇ ਮੁਤਾਬਕ ਆਪਾਂ ਉਹ ਗੱਲਾਂ ਕਰਕੇ ਉਸ ਤੋਂ ਆਪਾਂ ਚੱਲਾਂਗੇ ਅੱਗੇ। ਤਾਂ ਆਪਾਂ ਇੱਕ ਪਿੰਡ ਦੀ ਕਹਾਣੀ ਬਾਰੇ ਥੋੜ੍ਹਾ ਜਿਹਾ ਵਿਸਤਾਰਤ ਮੈਂ ਦੱਸਣਾ ਚਾਹੁੰਦਾ ਤੁਹਾਨੂੰ। ਤਾਂ ਉਹਦੇ ਵਿੱਚ ਕੀ ਆ, ਇੱਕ ਪਿੰਡ ਹੈਗਾ ਗਾ ਜਿਹਦੇ ਵਿੱਚ 400 ਪਰਿਵਾਰ ਨੇ। ਉਸ ਪਿੰਡ ਦੇ ਵਿੱਚ ਡਿਸਪੈਂਸਰੀ ਵੀ ਹੈਗੀ ਆ, ਡਾਕਟਰ ਵੀ ਹੈਗੇ ਨੇ, ਅਤੇ ਇੱਕ ਸਕੂਲ ਵੀ ਹੈਗਾ ਪ੍ਰਾਇਮਰੀ ਲੈਵਲ ਦਾ। ਬਹੁਤ ਛੋਟੀਆਂ ਸੜਕਾਂ ਬਣੀਆਂ ਹੋਈਆਂ ਨੇ, ਅਤੇ ਜਿਹੜੇ ਲੋਕ ਨੇ ਉਹ ਆਪਣਾ ਜਿਹੜਾ ਗੁਜ਼ਾਰਾ ਕਿਤੇ ਕਰਦੇ ਆ, ਖੇਤੀ ਦੇ ਉੱਤੇ ਨਿਰਭਰ ਕਰਦੇ ਆ। ਕਿਉਂਕਿ ਅੱਜ ਜੇ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਖੇਤੀ ਦੇ ਉੱਤੇ ਨਿਰਭਰ ਕਰਦੇ ਆ। ਅਸੀਂ 70%, ਪਰੰਤੂ ਜਿਹੜੇ 30% ਲੋਕ ਨੇ ਉਹ ਜਿਵੇਂ ਰਿਕਸ਼ਾ ਚਲਾ ਲਿਆ, ਟਾਂਗਾ, ਹਲਵਾਈ, ਇੱਦਾਂ ਦੇ ਜਿਹੜੇ ਕੰਮ ਕਰਕੇ ਨੇ ਜਿਹੜੇ ਆਪਣਾ ਰੁਜ਼ਗਾਰ ਆ, ਪੇਟ ਆ ਜਿਹੜਾ ਉਹ ਪਾਲਦੇ ਆ। ਤਾਂ ਇਸ ਤਰ੍ਹਾਂ ਜਦੋਂ ਅਸੀਂ ਅੱਜ ਗੱਲ ਕਰਾਂਗੇ ਇੱਕ ਪਿੰਡ ਦੀ ਕਹਾਣੀ ਦੀ, ਤਾਂ ਤੁਸੀਂ ਜਿਹੜੀਆਂ ਰੋਜ਼ ਦੀਆਂ ਵਸਤੂਆਂ ਨੇ ਲੋੜ ਮੁਤਾਬਕ ਵਰਤਦੇ ਹੋ, ਤਾਂ ਅਸੀਂ ਉਹਨਾਂ ਦੇ ਵਿੱਚ ਇਕਨੋਮਿਕਸ ਦੇ ਮੁਤਾਬਕ ਉਹਨਾਂ ਦਾ ਅਰਥ ਕੀ ਨਿਕਲਦਾ। ਕਿਉਂਕਿ ਅਸੀਂ ਰੋਜ਼ ਚੀਜ਼ਾਂ ਜਿਹੜੀਆਂ ਵਰਤਦੇ ਹਾਂ, ਪਰੰਤੂ ਸਾਨੂੰ ਉਹਨਾਂ ਬਾਰੇ ਗਿਆਨ ਬਹੁਤ ਘੱਟ ਆ। ਜੇ ਤੁਸੀਂ ਇਹ ਚੀਜ਼ਾਂ ਬਾਰੇ ਸਿੱਖਦੇ ਨੇ ਹੋ ਪਿਆਰੇ ਬੱਚਿਓ, ਤਾਂ ਮੇ ਵੀ ਇਕਨੋਮਿਕਸ ਦੀਆਂ ਜਿਹੜੀਆਂ ਡੈਫੀਨੇਸ਼ਨ ਨੇ, ਕਾਫੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸੌਖੀਆਂ ਲੱਗਣ ਲੱਗ ਜਾਣਗੀਆਂ। ਤਾਂ ਇੱਕ ਪਿੰਡ ਦੀ ਕਹਾਣੀ ਬਾਰੇ ਜਿਹੜਾ ਅਰਥ ਸ਼ਾਸਤਰ ਦੇ ਵਿੱਚ ਇਹ ਮੁੱਢਲੀਆਂ ਧਾਰਨਾਵਾਂ ਨੇ, ਜਿਸ ਤਰ੍ਹਾਂ ਅਸੀਂ ਬਹੁਤ ਸਾਧਨਾਂ ਜਿਹੜੇ ਅਸੀਂ ਉਪਯੋਗ ਕਰਦੇ ਹਾਂ, ਤਾਂ ਉਹ ਮਨੁੱਖੀ ਸ਼ਾਸਤਰ ਦੇ ਵਰਤਾਵੇ ਦੇ ਵਿਹਾਰ ਦਾ ਉਹ ਗਿਆਨ ਹੈ ਜਿਸ ਦਾ ਸੰਬੰਧ ਦੁਰਲਭ ਸਾਧਨਾਂ ਦਾ ਪ੍ਰਯੋਗ ਅਜਿਹੇ ਢੰਗ ਨਾਲ ਕਰਨ ਤੋਂ ਹੈ ਜਿਸ ਨਾਲ ਉਪਭੋਗਤਾ ਅਧਿਕਤਮ ਲਾਭ ਪ੍ਰਾਪਤ ਕਰ ਸਕੇ ਅਤੇ ਸਮਾਜ ਵਿੱਚ ਆਪਣੀ ਭਲਾਈ ਲਈ ਅਧਿਕਤਮ ਕੰਮ ਕਰ ਸਕੇ। ਕਿਉਂਕਿ ਅਸੀਂ ਇੱਕ ਅਰਥ ਸ਼ਾਸਤਰ ਦੇ ਵਿੱਚ ਇਹੀ ਸੋਚਦੇ ਹੁੰਦੇ ਹਾਂ ਕਿ ਜਿਹੜਾ ਸਾਡਾ ਵਰਤਾਵਾ ਅਤੇ ਅਸੀਂ ਅਰਥ ਕੱਢ ਕੇ ਉਹਨੂੰ ਜਿੰਨਾ ਅਸੀਂ ਉਹਦਾ ਉਪਯੋਗ ਕਰਾਂਗੇ ਅਤੇ ਸਾਨੂੰ ਜਿਹੜਾ ਲਾਭ ਆ ਉਹਦਾ ਵੱਧ ਮਿਲੇ। ਸਾਡੀਆਂ ਲੋੜਾਂ ਅਸੀਮਤ ਨੇ, ਮੀਨਜ਼ ਚਾਹੁੰਦੇ ਤਾਂ ਅਸੀਂ ਬਾਹਲਾ ਕੁਛ ਹਾਂ, ਪਰੰਤੂ ਜਿਹੜੇ ਉਹਨਾਂ ਨੂੰ ਪੂਰਾ ਕਰਨ ਲਈ ਸਾਡੇ ਕੋਲੇ ਸਾਧਨ ਕੀ ਨੇ, ਸੀਮਿਤ ਨੇ। ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਜੇ ਇੱਕ ਉਦਾਹਰਨ ਲੈਣਾ ਮੈਂ ਤੁਹਾਨੂੰ, ਮੰਨ ਲਓ ਤੁਹਾਡੇ ਕੋਲੇ ਕਿਲੋ ਦੁੱਧ ਆ, ਕਿਲੋ ਦੁੱਧ ਦੀ ਤੁਸੀਂ ਕੀ ਕੁਛ ਬਣਾ ਸਕਦੇ ਹੋ, ਮੰਨ ਲਓ ਚਾਹ ਬਣਾ ਸਕਦੇ ਹੋ, ਆਏਗੇ ਵਾਸਤੇ ਲੱਸੀ ਬਣਾ ਸਕਦੇ ਹੋ। ਪਰੰਤੂ ਜੇ ਤੁਸੀਂ ਕਹੋ ਇਹਦੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਲੋੜਾਂ ਨੇ ਅਸੀਮਤ ਨੇ, ਮਤਲਬ ਦਹੀਂ, ਲੱਸੀ, ਮੱਖਣ, ਪਨੀਰ, ਮਠਿਆਈ, ਬਣ ਤਾਂ ਇੰਨਾ ਕੁਛ ਸਕਦਾ, ਪਰੰਤੂ ਜਿਹੜੀ ਸਾਨੂੰ ਲੋੜ ਆ ਮਹਿਸੂਸ ਹੁੰਦੀ ਆ ਅਸੀਂ ਉਹਦੇ ਵਿੱਚ ਉਪਯੋਗ ਕਰਦੇ ਹਾਂ। ਤਾਂ ਵਸਤੂਆਂ ਇਕਨੋਮਿਕਸ ਦੇ ਮੁਤਾਬਕ ਵਸਤੂਆਂ ਉਹ ਨੇ ਜਿਹਨੂੰ ਅਸੀਂ ਕੀ ਕਰ ਸਕਦੇ ਹਾਂ, ਛੂਹ ਸਕਦੇ ਹਾਂ। ਹੁਣ ਅਸੀਂ ਆਮ ਦੇਖਦੇ ਹਾਂ ਘਰ ਦੇ ਵਿੱਚ ਜਿੰਨੀਆਂ ਚੀਜ਼ਾਂ ਪਈਆਂ ਨੇ ਉਹ ਸਾਰੀਆਂ ਵਸਤੂਆਂ ਨੇ ਜਿਨ੍ਹਾਂ ਨੂੰ ਅਸੀਂ ਕੀ ਕਰ ਸਕਦੇ ਹਾਂ, ਛੂਹ ਸਕਦੇ ਹਾਂ। ਸਵਾਵਾਂ ਜਿਸ ਤਰ੍ਹਾਂ ਬੱਚਿਓ ਅੱਜ ਮੈਂ ਤੁਹਾਨੂੰ ਆਪਣਾ ਲੈਸਨ ਪੜ੍ਹਾ ਰਿਹਾ, ਤਾਂ ਜੇ ਇੱਕ ਅਧਿਆਪਕ ਆ ਜਿਹੜਾ ਉਹ ਤੁਹਾਨੂੰ ਪੜ੍ਹਾਉਂਦਾ, ਡਾਕਟਰ ਆ ਜਿਹੜਾ ਤੁਹਾਨੂੰ ਦਵਾਈ ਦਿੰਦਾ, ਦੇਖਦਾ, ਚੈੱਕਅਪ ਕਰਦਾ, ਉਹ ਸਵਾਵਾਂ ਨੇ। ਪਰੰਤੂ ਉਹ ਵਸਤੂ ਨਹੀਂ ਹੈਗੀ, ਅਸੀਂ ਉਹਨੂੰ ਟੱਚ ਨਹੀਂ ਕਰ ਸਕਦੇ, ਪਰੰਤੂ ਉਹ ਸਵਾਵਾਂ ਸਾਨੂੰ ਮਿਲ ਰਹੀ ਆ। ਇਹ ਭੌਤਿਕ ਨਹੀਂ ਹੁੰਦੀ, ਠੀਕ ਆ। ਅਤੇ ਅਸੀਂ ਇਹਨੂੰ ਕੀ ਕਰ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ ਸਿਰਫ ਅਤੇ ਸਿਰਫ। ਅਤੇ ਉਪਯੋਗਤਾ ਉਹ ਤੁਸ਼ਟੀ ਗੁਣਾ। ਮੰਨ ਲਓ ਤੁਸੀਂ ਕੋਈ ਵੀ ਚੀਜ਼ ਲੈਂਦੇ ਹੋ ਤਾਂ ਉਹਦੇ ਵਿੱਚ ਸਾਡਾ ਹਮੇਸ਼ਾ ਹੀ ਇੱਕ ਹੀ ਮੇਨ ਮਕਸਦ ਹੁੰਦਾ ਵੀ ਜਿਹੜੀ ਵੀ ਅਸੀਂ ਚੀਜ਼ ਲਈਏ ਉਹ ਤੋਂ ਜਿਹੜਾ ਸਾਨੂੰ ਮਿਲਣ ਵਾਲਾ ਤੁਸ਼ਟੀ ਗੁਣਾ ਉਹ ਕੀ ਹੋਵੇ, ਵੱਧ ਤੋਂ ਵੱਧ ਹੋਵੇ। ਜੇਕਰ ਅਸੀਂ ਉਪਯੋਗਤਾ ਕੋਈ ਮੰਨ ਲਓ ਇਹੋ ਜਿਹੀ ਚੀਜ਼ ਲੈ ਲੈਂਦੇ ਹਾਂ ਜਿਹਦਾ ਸਾਡੇ ਕੋਲ ਤੁਸ਼ਟੀ ਗੁਣ 0 ਆ, ਤਾਂ ਉਹ ਸਾਡੇ ਵਾਸਤੇ ਕੀ ਹੋ ਜਾਂਦੀ ਆ, ਵਸਤੂ ਨਹੀਂ ਰਹਿੰਦੀ। ਇਸ ਤਰ੍ਹਾਂ ਅਸੀਂ ਕਰੀਏ ਕੀਮਤ ਉਹ ਆ ਜਾਂ ਸੇਵਾ ਦਾ ਉਹ ਮੁੱਲ ਹੈ ਜਿਸ ਨਾਲ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਜਿਵੇਂ ਅਸੀਂ ਕੀ ਕਰਦੇ ਹਾਂ, ਕੋਈ ਚੀਜ਼ ਲੈਣ ਜਾਂਦੇ ਹਾਂ ਬਾਜ਼ਾਰ ਦੇ ਵਿੱਚ, ਤਾਂ ਅਸੀਂ ਚੀਜ਼ ਨੂੰ ਹੱਥ ਲਗਾਉਂਦੇ ਹਾਂ। ਮੰਨ ਲਓ ਅਸੀਂ ਕਹਤਾ ਵੀ ਆਹ ਪੈਨ ਦੇ ਦਿਓ, ਉਹ ਪੈਨ ਦੀ ਕੀ ਦੱਸਦਾ, ਸਾਨੂੰ ਕੀਮਤ ਦੱਸਦਾ ਵੀ ਇਹ ਪੈਨ ਕਿੰਨੇ ਰੁਪਏ ਦਾ, 10 ਰੁਪਏ ਦਾ। ਤਾਂ ਜਿਸ ਤਰ੍ਹਾਂ ਅਸੀਂ ਮੰਨ ਲਓ ਕਿਤਾਬ 500 ਰੁਪਏ ਦੀ ਖਰੀਦਦੇ ਹਾਂ ਤਾਂ ਉਹਦੀ ਕੀਮਤ 500 ਰੁਪਇਆ। ਇਸ ਤਰ੍ਹਾਂ ਜੇ ਧਨ ਦੀ ਗੱਲ ਕਰੀਏ, ਧਨ ਉਹ ਵਸਤੂਆਂ ਨੇ ਜਿਹਦੇ ਰਾਹੀਂ ਅਸੀਂ ਕੀ ਕਰਦੇ ਹਾਂ,
ਅਸੀਂ ਕਿਸੇ ਵਸਤੂ ਦੀ ਕੀਮਤ ਦਿੰਦੇ ਆ ਤੇ ਉਹਨੂੰ ਅਸੀਂ ਕੀ ਕਹਿੰਦੇ ਆ, ਧਨ ਕਹਿੰਦੇ ਆ। ਜਿਵੇਂ ਅਸੀਂ ਕਿਤਾਬ ਲੈ ਲਈ, ਕਮੀਜ਼ ਲੈ ਲਿਆ, ਡਾਕਟਰ ਵੱਲੋਂ ਦਿੱਤੀਆਂ ਦਵਾਈਆਂ, ਭਾਵੇਂ ਇਹ ਸਮਾਵਾਂ ਨੇ, ਪਰ ਡਾਕਟਰ ਮੰਨ ਲਓ ਡਾਕਟਰ ਦੀ ਫੀਸ 500 ਰੁਪਇਆ, ਉਹ ਕੀ ਆ, ਅਸੀਂ ਜਿਹੜਾ 500 ਰੁਪਏ ਦਿੱਤਾ ਧਨ। ਤਾਂ ਧਨ ਦੇ ਇਹ ਆਪਣੇ ਕੋਲੇ 4 ਮੈਂ ਤੁਹਾਨੂੰ ਫੋਟੋ 'ਚ ਦਿਖਾਈਆਂ ਹੋਈਆਂ ਨੇ। ਤਾਂ ਪਿਆਰੇ ਬੱਚੇ, ਤੁਹਾਨੂੰ ਫੋਟੋਆਂ ਦੇ ਉੱਤੇ ਪਤਾ ਲੱਗ ਗਿਆ ਹੋਊ ਵੀ ਕਰੰਸੀ ਹੈ ਜਿਹੜੀ ਇਹ ਕਿਹਦੀ ਆ। ਤਾਂ ਪਹਿਲੀ ਜਿਹੜੀ ਕਰੰਸੀ ਆ ਉਹ ਕਿਹਦੀ ਆ, ਭਾਰਤ ਦੀ। ਜਿਹੜੀ ਹੁਣ ਅਗਲੀਆਂ 2 ਕਰੰਸੀਆਂ ਨੇ ਉਹ ਕਿਹਦੀ ਆ, ਅਮਰੀਕਾ ਤੇ ਕੈਨੇਡਾ ਦੀ। ਤਾਂ ਜੇ ਆਪਾਂ ਇੰਗਲੈਂਡ ਦੀ ਗੱਲ ਕਰੀਏ, ਇੰਗਲੈਂਡ ਦਾ ਜਿਹੜਾ ਕੀ ਆ, ਪਾਉਂਡ, ਉਹਨਾਂ ਦਾ ਕੀ ਆ, ਡਾਲਰ। ਤਾਂ ਇਹ ਕੀ ਆ, ਜੇ ਆਪਾਂ ਹਮੇਸ਼ਾ ਜਿਹੜਾ ਧਨ ਦੀ ਜਿਹੜੀ ਇਹ ਹੁੰਦੀ ਆ, ਹਮੇਸ਼ਾ ਜਿਹੜਾ ਧਨ ਹੁੰਦਾ, ਧਨ ਦੀ ਆਪਣਾ ਨਾਮ ਆ ਜਿਹੜਾ ਉਹ ਵੱਖ-ਵੱਖ ਹੋ ਸਕਦਾ। ਮੰਨ ਲਓ ਜਿਵੇਂ ਹੁਣ ਧਨ ਦਾ ਨਾਮ ਆ ਆਪਣੇ ਕੋਲ ਇੱਥੇ ਰੁਪਈਆ, ਉੱਥੇ ਡਾਲਰ, ਉੱਥੇ ਕੀ ਆ, ਪਾਉਂਡ। ਤਾਂ ਹਰੇਕ ਦੇ ਥਾਂ ਤੇ ਔਂਸ, ਬਹੁਤ ਹਰੇਕ ਦੇਸ਼ ਦੇ ਜਿਹੜੇ ਆਪਦੇ ਨਾਂ ਰੱਖੇ ਹੋਏ ਆ ਮੁਦਰਾ ਦੇ। ਤਾਂ ਅਸੀਂ ਮੁਦਰਾ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਤੇ ਲਿਜਾ ਸਕਦੇ ਹਾਂ, ਜਿਹੜਾ ਧਨ ਆ। ਮੁਦਰਾ ਬਾਰੇ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਵਰਤਦੇ ਹਾਂ ਅਸੀਂ। ਮੰਨ ਲਓ ਅਸੀਂ ਕੋਈ ਵੀ ਚੀਜ਼ ਆ ਜਿਹੜੀ ਮੁਦਰਾ ਤੋਂ ਬਿਨਾ ਅਸੀਂ ਕੋਈ ਵੀ ਕੰਮ ਆ ਜਿਹੜਾ ਨਹੀਂ ਕਰ ਸਕਦੇ। ਮੁਦਰਾ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ। ਮੁਦਰਾ ਕਿਹਦੇ ਰੂਪ 'ਚ ਹੋ ਸਕਦੀ ਹੈ, ਚੈੱਕ ਦੇ ਰੂਪ ਵਿੱਚ ਵੀ ਹੋ ਸਕਦੀ ਆ, ਡਾਲਰ ਦੇ ਰੂਪ 'ਚ ਹੋ ਸਕਦੀ ਆ, ਕਿਹਦੇ ਰਾਹੀਂ ਹੋ ਸਕਦੀ ਹੈ, ਹੋਰ ਰੁਪਈਆਂ ਦੇ ਰੂਪ ਦੇ ਵਿੱਚ ਹੋ ਸਕਦੀ ਹੈ। ਜਿਹੜੀ ਮੁਦਰਾ ਗਈ ਉਹ ਕੀ ਆ, ਸਰਕਾਰ ਵੱਲੋਂ ਇੱਕ ਪ੍ਰਮਾਣਿਤ ਵਸਤੂ ਆ, ਜਿਸ ਨੂੰ ਅਸੀਂ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਪ੍ਰਯੋਗ ਕਰਦੇ ਹਾਂ। ਅਸੀਂ ਕੀ ਕਰਦੇ ਹਾਂ, ਇੱਕ ਬੰਦੇ ਕੋਲੇ ਜਾਂਦੇ ਹਾਂ ਤੇ ਜਿਹੜੇ ਸਾਡੇ ਕੋਲੇ ਪੈਸੇ ਹੁੰਦੇ ਆ ਅਸੀਂ ਉਹ ਚੀਜ਼ ਪੈਸੇ ਉਹਨਾਂ ਨੂੰ ਦੇ ਦਿੰਦੇ ਆ ਤੇ ਉਹਦੇ ਬੰਦੇ ਅਸੀਂ ਕੁਛ ਲੈਂਦੇ ਆ। ਜਿਹੜੀ ਸਾਨੂੰ ਚੀਜ਼ ਦੇਤੀ ਉਹ ਸਾਡੇ ਕੋਲੇ ਵਸਤੂ, ਪਰੰਤੂ ਉਹ ਵਟਾਂਦਰੇ ਦੇ ਮੁਤਾਬਕ ਅਸੀਂ ਵਟਾਂਦਰੇ ਦਾ ਕੀ ਆ, ਅਦਲ ਬਦਲ ਹੋ ਗਿਆ। ਜਿਹੜੇ ਸਾਡੇ ਕੋਲੇ ਪੈਸੇ ਸੀ ਉਹਦੇ ਕੋਲੇ ਚਲੇ ਗਏ ਤੇ ਉਹਦੀ ਚੀਜ਼ ਸਾਡੇ ਕੋਲੇ ਆ ਗਈ। ਵਟਾਂਦਰਾ ਮੁਦਰਾ ਦਾ ਮਾਧਿਅਮ ਹੈ। ਇਹ ਮੁੱਲ ਦੀ ਪ੍ਰਮਾਣਿਤ ਇਕਾਈ ਹੈ। ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਦਾ ਮਾਧਿਅਮ ਹੈ। ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਗਈ ਹੈ। ਮੁਦਰਾ ਨੂੰ ਕਿਸੇ ਥਾਂ ਤੇ ਲਿਜਾਇਆ ਜਾ ਸਕਦਾ ਹੈ। ਕਲੀਅਰ ਹੈ ਜੀ। ਇਹ ਤਾਂ ਅਸੀਂ ਜਿਹੜੀ ਇਹ 5 ਚੀਜ਼ਾਂ ਬਹੁਤ ਜ਼ਰੂਰੀ ਨੇ ਮੁਦਰਾ ਦੇ ਵਿੱਚ, ਕਿਉਂਕਿ ਅਸੀਂ ਇੱਕ ਥਾਂ ਤੋਂ ਜੇ ਦੂਜੇ ਥਾਂ ਤੇ ਲਿਜਾਣੀ ਹੋਵੇ ਮੁਦਰਾ ਨੂੰ ਹੀ ਲਿਜਾ ਸਕਦੇ ਹਾਂ। ਭਾਵੇਂ ਉਹ ਐਕਸਚੇਂਜ ਦੇ ਰੂਪ ਵਿੱਚ ਲੈ ਜਾਈਏ, ਭਾਵੇਂ ਉਹ ਕਿਸੇ ਮਰਜ਼ੀ ਰੂਪ ਦੇ ਵਿੱਚ ਲਿਜਾ ਸਕਦੇ ਹਾਂ। ਜਿਹੜੀ ਮੰਗ ਆ, ਹੁਣ ਮੰਗ ਇੱਕ ਵਸਤੂ ਦੀ ਉਹ ਮਾਤਰਾ ਹੈ ਜਿਸ ਨੂੰ ਉਪਭੋਗੀ ਇੱਕ ਨਿਸ਼ਚਿਤ ਸਮੇਂ ਤੇ ਹਰ ਸੰਭਵ ਕੀਮਤ ਤੇ ਖਰੀਦਣ ਦੇ ਯੋਗ ਅਤੇ ਇੱਛੁਕ ਹੁੰਦਾ ਹੈ। ਜਦੋਂ ਇੱਕ ਵਿਅਕਤੀ 1 ਰੁਪਇਆ ਚਾਕਲੇਟ ਕੀਮਤ ਤੇ 5 ਚਾਕਲੇਟ ਖਰੀਦਣ ਲਈ ਤਿਆਰ ਹੁੰਦਾ ਹੈ ਤਾਂ ਮੰਗ 5 ਚਾਕਲੇਟ ਹੈ। ਪਰੰਤੂ ਜੇ ਮੰਨ ਲਓ ਅਸੀਂ 5 ਚਾਕਲੇਟ ਆ ਜਿਹੜੇ ਹੈ ਨਾ, ਆਪਾਂ ਨੇ ਕਿਤੇ 1 ਰੁਪਏ ਤੇ ਆ ਉਹ ਮੰਗ ਉਹਦੀ 5 ਚਾਕਲੇਟ। ਜੇ ਮੰਨ ਲਓ 1 ਰੁਪਏ ਦੀ ਥਾਂ ਤੇ ਚਾਕਲੇਟ ਦੀ ਕੀਮਤ ਅਸੀਂ 10 ਰੁਪਏ ਕਰ ਦਈਏ ਤਾਂ ਉਹ ਕੋਈ ਵੀ ਚਾਕਲੇਟ ਆ ਜਿਹੜਾ ਮੰਗ 0 ਹੋ ਜੂ, ਕਿਉਂਕਿ ਉਹ 1 ਰੁਪਏ ਤੇ ਖਰੀਦਣ ਨੂੰ ਤਿਆਰ ਆ ਕਿੰਨੇ ਚਾਕਲੇਟ ਆ, 5। ਪਰੰਤੂ ਜਦੋਂ ਉਹਦੀ ਕੀਮਤ ਹੀ ਆਪਾਂ ਨੇ 10 ਰੁਪਏ ਕਰਤੀ ਤਾਂ ਉਹਨੇ ਚਾਕਲੇਟ ਕੋਈ ਵੀ ਖਰੀਦਣਾ ਨਹੀਂ ਹੈਗਾ। ਜੇ ਮੰਨ ਲਓ ਅਸੀਂ 5 ਰੁਪਏ ਕਰ ਦਿੰਦੇ ਹਾਂ, ਹੋ ਸਕਦਾ ਵੀ 5 ਰੁਪਏ ਤੇ ਉਹ 1 ਚਾਕਲੇਟ ਦੀ ਮੰਗ ਕਰੇ। ਤਾਂ ਜਿਹੜੀ ਮੰਗ ਉਹ ਕੀਮਤ ਦੇ ਉੱਤੇ ਨਿਰਭਰ ਕਰਦੀ ਆ ਹਮੇਸ਼ਾ ਹੀ। ਜੇਕਰ ਵਸਤੂ ਦੀ ਮੰਗ ਜ਼ਿਆਦਾ ਹੋਵੇਗੀ ਤਾਂ ਬਾਜ਼ਾਰ ਵਿੱਚ ਮੰਗ ਘਟ ਜਾਵੇਗੀ, ਜੇ ਕੀਮਤ ਘਟ ਜਾਊਗੀ ਤਾਂ ਮੰਗ ਵੱਧ ਜਾਂਦੀ ਹੈ। ਤਾਂ ਤੁਸੀਂ ਕਈ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਨੇ ਜਿਹਦੇ ਉੱਤੇ ਮੰਗ ਦਾ ਬਹੁਤ ਜ਼ਿਆਦਾ ਸਿੱਧਾ ਪ੍ਰਭਾਵ ਪੈਂਦਾ, ਕਿਉਂਕਿ ਜਦੋਂ ਵਸਤੂ ਦੀ ਕੀਮਤ ਜ਼ਿਆਦਾ ਡਾਊਨ ਹੋ ਜਾਂਦੀ ਹੈ, ਜੇ ਮੰਨ ਲਓ ਅਸੀਂ ਸਬਜ਼ੀ ਦੇ ਰੇਟ ਦੇਖਦੇ ਹਾਂ ਸ਼ਾਮ ਨੂੰ ਬਾਜ਼ਾਰ ਦੇ ਵਿੱਚ, ਤਾਂ ਉਹਦੀ ਮੰਗ ਵੱਧ ਜਾਂਦੀ ਆ, ਕਿਉਂਕਿ ਉਹ ਸਾਰੇ ਖਰੀਦਣ ਵਾਲੇ ਤਿਆਰ ਹੋ ਜਾਂਦੇ ਆ। ਹਰੇਕ ਨੂੰ ਉਪਭੋਗਤਾ ਨੂੰ ਕੀ ਹੁੰਦਾ ਵੀ ਅਸੀਂ ਕੀ ਕਰੀਏ ਵੀ ਆਪਾਂ ਵੱਧ ਚੀਜ਼ਾਂ ਖਰੀਦ ਸਕਦੇ ਹਾਂ ਤੇ ਆਪਣੀ ਮੁਦਰਾ ਜਿਹੜੀ ਜਾਂ ਧਾਣਾ ਅਸੀਂ ਉਹਨੂੰ ਸਹੀ ਤਰੀਕੇ ਦੇ ਨਾਲ ਵਰਤੀਏ। ਤਾਂ ਜੇ ਅਸੀਂ ਕੀਮਤ ਮੰਨ ਲਓ ਕਈ ਵਾਰੀ ਇਹੋ ਜਿਹੀ ਵਸਤੂ ਵੀ ਹੁੰਦੀ ਆ ਜਿਹਦੇ ਉੱਤੇ ਮੰਨ ਲਓ ਵੀ ਮੰਗ ਆ ਜਿਹੜੀ ਕੀਮਤ ਵੀ ਘਟਾ ਦਈਏ ਤਾਂ ਵੀ ਮੰਗ ਵੱਧਦੀ ਨਹੀਂ ਹੈਗੀ। ਜਿਵੇਂ ਮੰਨ ਲਓ ਅੱਜ ਮੀਂਹ ਪੈ ਗਿਆ ਤਾਂ ਮੀਂਹ ਪੈਣ ਦੇ ਨਾਲ ਜਿਹੜੀ ਬਰਫ਼ ਦੀ ਮੰਨ ਲਓ ਉਹਨਾਂ ਨੇ ਕੀਮਤ 5 ਰੁਪਏ ਕਿਲੋ ਸੀ ਪਹਿਲਾਂ, ਉਹਨਾਂ ਨੇ 1 ਰੁਪਏ ਕਿਲੋ ਕਰਤੀ ਤੇ ਆਪਣਾ ਮੌਸਮ ਜਿਹੜਾ ਚੇਂਜ ਹੋ ਗਿਆ, ਮੀਂਹ ਪੈਣ ਨਾਲ ਠੰਡਾ ਹੋ ਗਿਆ। ਤਾਂ ਬਹੁਤ ਲੋਕ ਨੇ ਜਿਹੜੇ ਇਹ ਨਹੀਂ ਦੇਖਣਗੇ ਵੀ ਬਰਫ਼ ਆ ਜਿਹੜੀ 1 ਰੁਪਏ ਕਿਲੋ ਹੋ ਗਈ ਅਸੀਂ ਵੱਧ ਲੈ ਲਈਏ, ਪਰੰਤੂ ਉਹ ਕੀ ਕਰਨਗੇ ਤੇ ਜਿਹੜੀ ਇਹ ਵਸਤੂ ਆ ਭਾਵੇਂ ਵਸਤੂ ਦੀ ਕੀਮਤ ਘਟ ਗਈ ਪਰੰਤੂ ਮੰਗ ਦੇ ਉੱਤੇ ਪ੍ਰਭਾਵ ਨਹੀਂ ਪਿਆ। ਕੁਝ ਵਸਤੂਆਂ ਦੇ ਉੱਤੇ ਸਿੱਧਾ ਪ੍ਰਭਾਵ ਪੈਂਦਾ, ਕੁਝ ਵਸਤੂਆਂ ਦੇ ਉੱਤੇ ਪ੍ਰਭਾਵ ਨਹੀਂ ਪੈਂਦਾ, ਕੁਝ ਵਸਤੂਆਂ ਦੇ ਉੱਤੇ ਪ੍ਰਭਾਵ ਪੈਂਦਾ ਹੀ ਆ। ਜਿਸ ਤਰ੍ਹਾਂ ਅਸੀਂ ਜੇ ਪਿਆਜ਼ ਦੀ ਗੱਲ ਕਰੀਏ, ਪਿਆਜ਼ ਦੀ ਕਿੰਨੀ ਮਰਜ਼ੀ ਕੀਮਤ ਆ ਜਿਹੜੀ ਵੱਧ ਜਾਂਦੀ ਆ ਤੇ ਅਸੀਂ ਕੀ ਕਰਦੇ ਆ, ਫਿਰ ਉਹ ਪਿਆਜ਼ ਆ ਜਿਹੜੇ ਜਿੰਨੀ ਲੋੜ ਦੀ ਮਾਤਰਾ ਹੁੰਦੀ ਅਸੀਂ ਉਹਨੇ ਖਰੀਦਦੇ ਆ। ਇਸ ਤਰ੍ਹਾਂ ਅਸੀਂ ਪੂਰਤੀ ਇੱਕ ਵਾਰ ਜਦੋਂ ਤੁਸੀਂ ਆਪਣੇ ਈ-ਕਮਰਸ ਪਲੇਟਫਾਰਮ ਤੇ ਤੀਜੇ ਆਰਡਰ ਪ੍ਰਾਪਤ ਕਰਦੇ ਹੋ ਤਾਂ ਪੂਰਨ ਗਾਹਕਤਾ ਦੇ ਦਰਵਾਜ਼ੇ ਤੇ ਕਿਸੇ ਉਤਪਾਦਨ ਨੂੰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ। ਵੱਖ-ਵੱਖ ਕਦਮਾਂ ਵਿੱਚ ਵਸਤੂਆਂ ਦਾ ਪ੍ਰਬੰਧਨ, ਰਿਪੋਰਟਿੰਗ ਆਰਡਰ, ਸਥਿਤੀ, ਪੈਕਿੰਗ, ਭੇਜਣ, ਸ਼ਾਪਿੰਗ ਆਰਡਰ ਸ਼ਾਮਲ ਹੁੰਦੇ ਨੇ। ਪੂਰਤੀ ਦੇ ਵਿੱਚ
ਜਦੋਂ ਕੋਈ ਵਸਤੂ ਚੀਜ਼ ਤੇ ਬਣ ਕੇ ਤਿਆਰ ਹੋ ਜਾਂਦੀ ਹੈ, ਮੰਨ ਲਓ ਪੇਜ ਪਏ ਆ, ਖਿੰਡਰੇ ਪਏ ਆ, ਸਾਰਾ ਕੁਝ ਪਿਆ, ਪੇਜਾਂ ਨੂੰ ਉਹਨਾਂ ਨੇ ਇਕੱਠਾ ਕਰਿਆ, ਜਿਲਤ ਚੜਾਈ, ਪੈਕਿੰਗ ਕਰੀ, ਠੀਕ ਆ, ਉਹਦੇ ਤੇ ਸਾਰਾ ਕੁਝ ਉਹ ਕਰਿਆ, ਬਾਈਂਡ ਕਰੀ ਉਹਨੂੰ, ਤੇ ਉਹ ਰਿਪੋਰਟਿੰਗ ਹੋ ਗਈ ਤੇ ਉਹਦੀ ਸਥਿਤੀ ਆ ਜਿਹੜੀ ਪੈਕਿੰਗ ਦੇ ਤੇ ਉਹ ਸ਼ਾਪਿੰਗ ਦੇ ਉੱਤੇ ਭੇਜਤੀ, ਤਾਂ ਅਸੀਂ ਉਹਨੂੰ ਪੂਰਤੀ ਮੰਨਾਂਗੇ ਤੇ ਅਦਰਵਾਈਜ਼ ਨਹੀਂ ਮੰਨਾਂਗੇ। ਤਾਂ ਬਾਜ਼ਾਰ ਦੇ ਵਿੱਚ ਜਿਹੜੀ ਚੀਜ਼ ਸਾਡੇ ਕੋਲੇ ਖਰੀਦਣ ਦੇ ਲਾਇਕ ਹੁੰਦੀ ਆ ਤੇ ਉਹ ਪੂਰੀ ਦੀ ਪੂਰੀ ਸਾਨੂੰ ਕੀ ਕਰਦੀ ਆ, ਦੱਸਦੀ ਆ ਉਹਦੇ ਬਾਰੇ, ਤਾਂ ਅਸੀਂ ਉਹਨੂੰ ਮੰਨਦੇ ਆ ਪੂਰਤੀ ਮੰਨਦੇ ਆ। ਬਾਜ਼ਾਰ, ਮੰਡੀ ਆਮ ਬੋਲ ਭਾਸ਼ਾ ਵਿੱਚ ਬਾਜ਼ਾਰ ਤੋਂ ਭਾਵ ਹੈ ਜਿੱਥੇ ਖਰੀਦਦਾਰ ਵੀ ਇਕੱਠੇ ਹੁੰਦੇ ਆ ਤੇ ਵਿਕਰੇਤਾ ਵੀ ਆਪਸ ਦੇ ਵਿੱਚ ਮਿਲਦੇ ਆ। ਤਾਂ ਮੰਨ ਲਓ ਹੁਣ ਤੁਸੀਂ ਬਾਜ਼ਾਰ, ਤੁਸੀਂ ਇਹ ਮੰਨ ਕੇ ਚਲੋ ਵੀ ਜੇ ਤੁਸੀਂ ਇੱਕ ਥਾਂ ਤੇ ਜਾਂਦੇ ਹੋ, ਉਸ ਥਾਂ ਦੇ ਉੱਤੇ ਕੀ ਹੁੰਦੀਆਂ ਨੇ, ਦੁਕਾਨਾਂ ਹੁੰਦੀਆਂ ਨੇ, ਮੰਡੀ ਹੁੰਦੀ ਆ, ਤੇ ਤੁਹਾਡੀ ਜੇਬ ਦੇ ਵਿੱਚ ਕੀ ਹੁੰਦੇ ਨੇ, ਪੈਸੇ ਹੁੰਦੇ ਆ, ਤੇ ਤੁਸੀਂ ਕੀ ਕਰਦੇ ਹੋ, ਪੈਸਿਆਂ ਦੀ ਜਿਹੜੀ ਵੀ ਚੀਜ਼ ਤੁਹਾਨੂੰ ਖਰੀਦਣੀ ਹੁੰਦੀ ਆ, ਵਸਤੂ ਜਿਹੜੀ ਤੁਹਾਨੂੰ ਲੋੜ ਹੁੰਦੀ ਆ, ਤੁਸੀਂ ਉਹ ਵਸਤੂ ਖਰੀਦਦੇ ਹੋ, ਉਹ ਵਸਤੂ ਦੇ ਬੰਦੇ ਪੈਸੇ ਦਿੰਦੇ ਹੋ ਤੇ ਉਹ ਵਸਤੂ ਲੈ ਲੈਂਦੇ ਹੋ। ਤਾਂ ਇਹ ਸਾਡੀ ਕੀ ਆ, ਬਾਜ਼ਾਰ ਆ, ਉੱਥੇ ਜਿੱਥੇ ਵਸਤੂਆਂ ਸਾਨੂੰ ਉਪਲਬਧ ਹੁੰਦੀਆਂ ਨੇ ਤੇ ਅਸੀਂ ਪੈਸੇ ਦੇ ਕੇ ਖਰੀਦ ਸਕਦੇ ਆ, ਠੀਕ ਆ। ਆਪਸ ਦੇ ਵਿੱਚ ਵਿਕਰੇਤਾ, ਵੇਚਣ ਵਾਲਾ ਤੇ ਖਰੀਦਣ ਵਾਲਾ ਦੋਨੇ ਸੰਪਰਕ ਦੇ ਵਿੱਚ ਆਉਂਦੇ ਆ ਤੇ ਅਸੀਂ ਉਹਨੂੰ ਸਿੰਪਲ ਭਾਸ਼ਾ ਦੇ ਵਿੱਚ ਅਸੀਂ ਕੀ ਕਹਿੰਦੇ ਆ, ਉਹਨੂੰ ਬਾਜ਼ਾਰ ਕਹਿੰਦੇ ਆ। ਤਾਂ ਇਸ ਤਰ੍ਹਾਂ ਜੇ ਅਸੀਂ ਲਾਗਤ ਦੀ ਗੱਲ ਕਰਦੇ ਹਾਂ, ਲਾਗਤ ਵਸਤੂਆਂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰੀਦ ਕੀਤੀ ਜਾਂਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ, ਲਾਗਤ ਕਹਿੰਦੇ ਆ। ਹੁਣ ਅਸੀਂ ਕੋਈ ਮੰਨ ਲਓ ਕੋਈ ਚੀਜ਼ ਆ ਜਿਹੜੀ ਵਸਤੂਆਂ ਦੀ ਆ, ਅਸੀਂ ਇੱਕ ਵਸਤੂ ਬਣਾਉਂਦੇ ਆ, ਵਸਤੂ ਬਣਾਉਣ ਦੇ ਵਾਸਤੇ ਸਾਨੂੰ ਬਹੁਤ ਚੀਜ਼ਾਂ ਨੇ ਜਿਹੜੀਆਂ, ਮੰਨ ਲਓ ਅਸੀਂ ਕਣਕ ਜਿਹੜੀ ਖੇਤੀ ਲੈਤੀ, ਕਣਕ ਤੋਂ ਬਾਅਦ ਅਸੀਂ ਉਹਨੂੰ ਕੀ ਕੀਤਾ, ਆਟਾ ਪਿਹਾਇਆ, ਆਟਾ ਪਿਹਾਉਣ ਤੋਂ ਬਾਅਦ ਅਸੀਂ ਉਹਨੂੰ ਕੀ ਕੀਤਾ, ਉਹਦੀ ਪਹਿਲਾਂ ਕਣਕ ਦੀ ਖਰੀਦ ਕੀਤੀ, ਉਹ ਕੱਚਾ ਮਾਲ ਸੀ, ਉਸ ਤੋਂ ਬਾਅਦ ਅਸੀਂ ਉਹਨੂੰ ਮਜ਼ਦੂਰੀ ਲਗਾ ਕੇ ਪਿਹਾਇਆ, ਉਸ ਤੋਂ ਬਾਅਦ ਅਸੀਂ ਉਹਦੇ ਉੱਤੇ ਉਹਨੂੰ ਕੀ ਕੀਤੀ, ਵਸਤੂ ਬਿਸਕੁਟਾਂ ਦੇ ਰੂਪ ਦੇ ਵਿੱਚ ਬਦਲੀ, ਵਿਕਰੀ ਦੇ ਵਿੱਚ ਲੈ ਕੇ ਗਏ, ਬਿਸਕੁਟ ਸਾਰਾ ਕੁਝ ਪਾਇਆ, ਲਾਗਤ ਹੋਈ ਉਹਦੇ ਵਿੱਚ, ਬਿਜਲੀ ਦਾ ਖਰਚ ਹੋਇਆ, ਮਜ਼ਦੂਰੀ ਹੋਈ, ਜਿੰਨੇ ਮੰਨ ਲਓ ਮਜ਼ਦੂਰ ਲੱਗੇ, ਤਾਂ ਜਿਹੜੀਆਂ ਇਹ ਚੀਜ਼ਾਂ ਲੱਗੀਆਂ ਉਹਨੂੰ ਅਸੀਂ ਵਸਤੂ ਦੀ ਲਾਗਤ ਕਹਿੰਦੇ ਆ। ਤਾਂ ਸਾਡੇ ਕੋਲੇ ਬਣ ਕੇ ਕੀ ਤਿਆਰ ਹੋਇਆ, ਬਿਸਕੁਟ। ਜਦੋਂ ਅਸੀਂ ਮੰਨ ਲਓ ਕਣਕ ਤੋਂ ਲੈ ਕੇ ਬਿਸਕੁਟ ਬਣਾਉਣ ਤੱਕ ਜਿੰਨੀ ਵੀ ਅਸੀਂ ਪ੍ਰੋਸੈਸ ਪੂਰਾ ਕੀਤਾ, ਕੱਚਾ ਮਾਲ ਲੈਤਾ, ਖਰੀਦਿਆ, ਉਹਨੂੰ ਮਜ਼ਦੂਰੀ ਦਿੱਤੀ, ਬਿਜਲੀ ਦਾ ਖਰਚ ਦਿੱਤਾ, ਤਾਂ ਅਸੀਂ ਉਹਨੂੰ ਕੀ ਬੋਲਦੇ ਆ, ਲਾਗਤ ਕਹਿੰਦੇ ਆ। ਮੰਨ ਲਓ ਅਸੀਂ ਹੁਣ 100 ਰੁਪਏ ਦੀ ਕੁਆਂਟਲ ਕਣਕ ਲੈਤੀ ਆ ਤੇ ਉਹਦੇ ਉੱਤੇ ਅਸੀਂ ਮਜ਼ਦੂਰ ਲਗਾਏ, ਅਸੀਂ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਆਏ, ਉਹਨੂੰ ਪੀਸਿਆ, ਤਾਂ ਸਾਨੂੰ ਜਿਹੜਾ ਉਹਦਾ ਖਰਚਾ ਸੀ 100 ਉਹ ਪੈ ਗਿਆ, 200 ਹੋ ਗਿਆ। ਫਿਰ ਅਸੀਂ ਉਹਨੂੰ ਬਿਸਕੁਟ ਬਣਾਉਣ ਵਾਸਤੇ ਉਹਦੇ ਵਿੱਚ ਦੁੱਧ, ਖੰਡ ਸਾਰਾ ਕੁਝ ਪਾਇਆ, 100 ਰੁਪਏ ਉਹਦੇ ਉੱਤੇ, ਤਾਂ 100 300 ਰੁਪਏ। ਤਾਂ ਇਹ ਜਿਹੜਾ ਸਾਰੀ ਲਾਗਤ ਦੇ ਵਿੱਚ ਅਕਾਊਂਟ ਹੋਣੀ ਆ। ਤਾਂ ਮੈਂ ਇੱਕ ਉਦਾਹਰਨ ਦਿੱਤੀ ਹੋਈ ਆ, ਜਿਸ ਤਰ੍ਹਾਂ ਅਸੀਂ ਕੀ ਕਰਦੇ ਆ, ਵਸਤੂਆਂ ਅਤੇ ਵਿਕਰੀ ਦੇ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਬਦਲੇ ਜੋ ਰਾਸ਼ੀ ਪ੍ਰਾਪਤ ਹੁੰਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ, ਆਮਦਨ ਕਹਿੰਦੇ ਆ, ਠੀਕ ਆ। ਹੁਣ ਜਿਹੜੀ 300 ਰੁਪਏ ਪ੍ਰਾਪਤ ਹੋਈ ਉਹ ਸਾਡੇ ਕੋਲੇ ਆਮਦਨ ਹੋ ਗਈ, ਤੇ ਬਾਕੀ ਜਿਹੜਾ ਸਾਡੇ ਕੋਲੇ ਖਰਚ ਹੋਇਆ ਸੀ ਉਹ ਕੀ ਹੋ ਗਿਆ ਸੀ, ਲਾਗਤ ਹੋ ਗਈ ਸੀ। ਉਤਪਾਦਨ, ਖੋਜ ਅਤੇ ਪਰਚੂਨ ਦੇ ਲੇਖਾਕਾਰੀ ਵਿੱਚ ਇੱਕ ਖਰਚਾ ਪੈਸਾ ਦਾ ਮੁੱਲ ਹੁੰਦਾ ਹੈ ਜੋ ਕਿਸੇ ਚੀਜ਼ ਨੂੰ ਬਣਾਉਣ ਜਾਂ ਸੇਵਾ ਪ੍ਰਦਾਨ ਕਰਨ ਦੇ ਲਈ ਵਰਤਿਆ ਜਾਂਦਾ ਹੈ। ਇਸ ਲਈ ਹੁਣ ਅਸੀਂ ਵਰਤੋਂ ਦੀ ਉਪਲਬਧ ਨਹੀਂ ਹੈ। ਕਾਰੋਬਾਰ ਵਿੱਚ ਲਾਗਤ ਇੱਕ ਪ੍ਰਾਪਤੀ ਹੋ ਸਕਦੀ ਹੈ ਜਿਸ ਸਥਿਤੀ ਵਿੱਚ ਇਸ ਨੂੰ ਪ੍ਰਾਪਤ ਕਰਨ ਲਈ ਖਰਚ ਕੀਤੀ ਗਈ ਰਕਮ ਨੂੰ ਕੀਮਤ ਵਿੱਚ ਗਿਣਿਆ ਜਾਂਦਾ ਹੈ। ਆਰਥਿਕ ਕਿਰਿਆਵਾਂ, ਇਕਨੋਮਿਕਸ ਦੇ ਵਿੱਚ ਦੋ ਹੀ ਕਿਰਿਆਵਾਂ ਨੇ, ਆਰਥਿਕ ਤੇ ਅਨਾਰਥਿਕ ਕਿਰਿਆਵਾਂ। ਆਰਥਿਕ ਕਿਰਿਆਵਾਂ ਪਿਆਰੇ ਬੱਚੋ ਉਹ ਹੁੰਦੀਆਂ ਨੇ ਜਿਹੜੀਆਂ ਅਸੀਂ ਪੈਸਿਆਂ ਦੇ ਲਈ ਕਰਦੇ ਹਾਂ। ਮੰਨ ਲਓ ਤੁਸੀਂ ਆਪਣੀ ਦਿਹਾੜੀ ਕਰਦੇ ਹੋ, ਕਿਤੇ ਜਾ ਕੇ ਦਿਹਾੜੀ ਕਰਦੇ ਹੋ, ਤੁਹਾਨੂੰ ਉਹਦੇ ਬਦਲੇ ਪੈਸੇ ਮਿਲਦੇ ਆ, ਉਹ ਕੀ ਆ, ਆਰਥਿਕ ਕਿਰਿਆ। ਪਰੰਤੂ ਜੇ ਮੰਨ ਲਓ ਕਿਸੇ ਦੇ ਘਰੇ ਫ੍ਰੀ ਦੇ ਵਿੱਚ ਕੰਮ ਕਰਕੇ ਆਉਂਦੇ ਹੋ, ਜਾਂ ਕਿਸੇ ਨੇ ਤੁਹਾਨੂੰ ਬੁਲਾ ਲਿਆ ਆਪਣੇ ਯਾਰ ਦੋਸਤ ਦੇ ਨਾਲ ਹੈਲਪ ਕਰੇ, ਉਹ ਤੁਹਾਡੀ ਅਨਾਰਥਿਕ ਕਿਰਿਆ, ਕਿਉਂਕਿ ਤੁਹਾਨੂੰ ਉਹਦੇ ਬਦਲੇ ਪੈਸੇ ਨਹੀਂ ਮਿਲੇ, ਉਹ ਸਿਰਫ ਤੇ ਸਿਰਫ ਤੁਹਾਡੀ ਸਮਾਜ ਸੇਵਾ ਸੀ ਜਾਂ ਤੁਹਾਡੀ ਲਿਹਾਜ਼ ਸੀ ਜਾਂ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ, ਉਹ ਤੁਹਾਡੀ ਅਨਾਰਥਿਕ ਕਿਰਿਆ। ਪਰੰਤੂ ਜਿਹੜੀ ਆਰਥਿਕ ਕਿਰਿਆ ਇਕਨੋਮਿਕਸ ਦੇ ਮੁਤਾਬਕ ਉਹ ਹੁੰਦੀ ਆ ਜਿਹਦੇ ਬਦਲੇ ਸਾਨੂੰ ਕੀ ਮਿਲਦੀ ਆ, ਪੂੰਜੀ ਮਿਲਦੀ ਆ ਤੇ ਸਾਨੂੰ ਲੇਬਰ ਮਿਲਦੀ ਆ, ਉਹਨੂੰ ਅਸੀਂ ਬੋਲਦੇ ਆ ਆਰਥਿਕ ਕਿਰਿਆ। ਆਰਥਿਕ ਕਿਰਿਆ ਹਰ ਮਨੁੱਖ ਸਾਧਨ ਸੀਮਤ ਆਪਣੀਆਂ ਅਸੀਮਤ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੁਝ ਕਿਰਿਆਵਾਂ ਕਰਦਾ। ਦੇਖੋ ਜੀ, ਆਪਣੇ ਕੋਲੇ ਮਨੁੱਖਾ, ਜਿਵੇਂ ਮੰਨ ਲਓ ਅਸੀਂ ਆ, ਸਾਡੇ ਕੋਲੇ ਹੈ ਤਾਂ ਅਸੀਂ ਇਕੱਲੇ ਆ ਭਾਵੇਂ, ਪਰੰਤੂ ਜਿਹੜੀਆਂ ਸਾਡੀਆਂ ਲੋੜਾਂ ਨੇ ਬਹੁਤ ਜ਼ਿਆਦਾ ਨੇ। ਸਾਨੂੰ ਦੇਖੋ ਰੋਟੀ, ਪਾਣੀ, ਚਾਹ ਸਾਰਾ ਕੁਝ ਚਾਹੀਦਾ, ਪਰੰਤੂ ਜੇ ਅਸੀਂ ਕਿਰਿਆਵਾਂ ਕਰੀਏ, ਕਿਰਿਆਵਾਂ ਤਾਂ ਅਸੀਂ ਇਕੱਲੇ ਦਿਹਾੜੀ ਵਾਲੇ ਜਾਂ ਕੋਈ ਵੀ ਕੰਮ ਕਰਨ ਵਾਲੇ ਇੱਕ ਬੰਦਾ ਹੀ ਆ, ਤਾਂ ਲੋੜਾਂ ਸਾਡੀਆਂ ਅਸੀਮਤ ਨੇ, ਪਰੰਤੂ ਉਹਨਾਂ ਨੂੰ ਕਰਨ ਵਾਲੇ ਜਿਹੜੀਆਂ ਸਾਡੇ ਪ੍ਰਾਪਤੀ ਦੇ ਸਾਧਨ ਕੀ ਨੇ, ਸੀਮਤ ਨੇ। ਤਾਂ ਅਸੀਂ ਇਹਨਾਂ ਨੂੰ ਕੀ ਬੋਲਦੇ ਹਾਂ, ਆਰਥਿਕ ਕਿਰਿਆ ਕਹਿੰਦੇ ਆ। ਅਸੀਂ ਉਹ ਧਨ ਦੇ ਕਮਾਉਣ ਦੇ ਨਾਲ, ਉਦੇਸ਼ ਦੇ ਨਾਲ ਕਰਦੇ ਹਾਂ। ਮੰਨ ਲਓ ਡਾਕਟਰ ਜੇ ਆਪਦੇ ਮਰੀਜ਼ਾਂ ਨੂੰ ਚੈੱਕ ਕਰਦਾ ਤੇ ਉਹਦੇ ਬਦਲੇ ਉਹਨੂੰ ਪੈਸੇ ਮਿਲਦੇ ਆ, ਤਾਂ ਉਹ ਆਰਥਿਕ ਕਿਰਿਆ। ਪਰੰਤੂ ਜੇ ਉਹ ਆਪਦੇ ਜਵਾਕ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਚੈੱਕ ਕਰਦਾ ਤੇ ਉਹਦੇ ਬਦਲੇ ਪੈਸੇ ਨਹੀਂ ਮਿਲਦੇ, ਉਹ ਕੀ ਆ, ਅਨਾਰਥਿਕ ਕਿਰਿਆ। ਕਿਉਂਕਿ ਇਹਦਾ ਜਿਹੜਾ ਸੰਬੰਧ ਆ
ਉਹ ਕਿਹਦੇ ਨਾਲ ਹੁੰਦਾ? ਧਨ ਦੇ ਨਾਲ ਹੁੰਦਾ, ਉਹ ਆਰਥਿਕ ਕਿਰਿਆ ਹੁੰਦੀ ਆ। ਹੁਣ ਆਰਥਿਕ ਅਨਾਰਥਿਕ ਕਿਰਿਆਵਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਧਨ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਮਨੁੱਖ ਨੂੰ ਧਨ ਵਾਸਤੇ ਨਹੀਂ ਕੰਮ ਕਰਦਾ। ਕਿਹਦੇ ਵਾਸਤੇ ਕੰਮ ਕਰਦਾ? ਸਿਰਫ ਤੇ ਸਿਰਫ ਸਮਾਜ ਸੇਵਾ, ਪਰਿਵਾਰ ਕਲਿਆਣ ਤੇ ਸਿਹਤ ਮਨੋਰੰਜਨ। ਹੁਣ ਜਿਹੜੀਆਂ ਆਰਥਿਕ ਕਿਰਿਆਵਾਂ ਨੇ ਅਸੀਂ ਉਹਨਾਂ ਨੂੰ 4 ਭਾਗਾਂ ਦੇ ਵਿੱਚ ਵੰਡਦੇ ਹਾਂ। ਅਨਾਰਥਿਕ ਕਿਰਿਆਵਾਂ ਤਾਂ ਕਲੀਅਰ ਹੀ ਹੋ ਗਿਆ ਵੀ ਅਸੀਂ ਧਨ ਨਹੀਂ ਕਮਾਉਂਦੇ, ਪਰੰਤੂ ਆਰਥਿਕ ਕਿਰਿਆਵਾਂ ਦੇ ਵਿੱਚ ਅਸੀਂ ਅੱਗੇ 4 ਭਾਗ ਨੇ ਸਾਡੇ ਕੋਲੇ। ਕਿਹੜੇ? ਉਪਭੋਗ, ਉਤਪਾਦਨ, ਵਟਾਂਦਰਾ ਤੇ ਵੰਡ। ਹੁਣ ਅਸੀਂ ਇਹਨਾਂ ਬਾਰੇ ਗੱਲ ਕਰਾਂਗੇ। ਉਪਭੋਗ ਕੀ ਹੁੰਦਾ, ਠੀਕ ਆ, ਉਤਪਾਦਨ ਕੀ ਹੁੰਦਾ? ਤਾਂ ਉਤਪਾਦਨ ਉਹ ਆਰਥਿਕ ਕਿਰਿਆ ਹੈ ਜਿਸ ਦੇ ਰਾਹੀਂ ਵਸਤੂਆਂ ਤੇ ਸੇਵਾਵਾਂ ਦੀ ਉਪਯੋਗਤਾ ਦਾ ਮੁੱਲ ਵਿੱਚ ਵਾਧਾ ਹੁੰਦਾ ਹੈ। ਤਾਂ ਹੁਣ ਅਸੀਂ ਦੇਖਿਆ ਵੀ ਅਸੀਂ ਕਣਕ ਲਈ ਸੀ, ਪਰ ਕਣਕ ਲੈ ਕੇ ਅਸੀਂ ਉਹਦੀ ਉਪਯੋਗਤਾ ਕਿਵੇਂ ਵਧਾਤੀ? ਬਿਸਕੁਟਾਂ ਤੱਕ ਲੈ ਗਏ ਉਹਨੂੰ, ਤਾਂ ਉਹਦੀ ਉਪਯੋਗਤਾ ਵਧਾਤੀ ਤੇ ਉਹ ਵਸਤੂਆਂ ਦੀਆਂ ਸੇਵਾਵਾਂ ਦੇ ਵਿੱਚ ਸਾਡੀ ਵਰਤੋਂਯੋਗ ਵੀ ਵਧ ਗਈ ਤੇ ਉਹਨਾਂ ਦੀਆਂ ਕਿਰਿਆਵਾਂ ਵੀ ਵਧ ਗਈਆਂ। ਉਤਪਾਦਨ ਦਾ ਮੁੱਖ ਉਦੇਸ਼ ਇਹੋ ਜਿਹੀਆਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਨਾ ਹੈ ਜਿਨ੍ਹਾਂ ਦੀ ਸਾਨੂੰ ਲੋੜ ਹੈ। ਉਦਾਹਰਨ ਵਜੋਂ ਤਰਖਾਣ ਬੈੱਡ, ਅਲਮਾਰੀ ਆਦਿ ਬਣਾਉਂਦਾ ਹੈ। ਦੇਖੋ ਲੱਕੜ ਮਿਲੀ ਹੋਈ ਆ ਉਹਨੂੰ, ਤਰਖਾਣ ਨੂੰ, ਉਹ ਕਿੰਨਾ ਕੁਛ ਬਣਾਉਣ ਦਾ, ਬੈੱਡ ਬਣਾਉਣ ਦਾ, ਅਲਮਾਰੀ ਬਣਾਉਣ ਦਾ ਤੇ ਬੈਂਚ ਬਣਾਉਣ ਦਾ, ਹੈ ਨਾ, ਟੇਬਲ ਬਣਾਉਣ ਦਾ, ਕੁਰਸੀਆਂ ਬਣਾਉਣ ਦਾ। ਤਾਂ ਉਹ ਜਿਹੜੀ ਉਹਦੀ ਉਪਯੋਗਤਾ ਨੂੰ ਵਧਾਉਂਦਾ। ਇਸੇ ਤਰ੍ਹਾਂ ਘੁਮਿਆਰ ਕੋਲੇ ਸਿਰਫ ਤੇ ਸਿਰਫ ਮਿੱਟੀ ਹੁੰਦੀ ਆ, ਉਹ ਮਿੱਟੀ ਦੀ ਵਰਤੋਂ ਕਰਦਾ। ਮਿੱਟੀ ਦੀ ਵਰਤੋਂ ਕਰਕੇ ਲੱਕੜ ਅੱਗੇ ਮਿੱਟੀ ਦੇ ਲੋਕ ਹੈ ਨਾ ਕੀ ਕਰਦਾ, ਉਹ ਮਿੱਟੀ ਦੀ ਵਰਤੋਂ ਕਰਕੇ ਕੀ ਕਰ ਸਕਦਾ? ਆਪਣੇ ਜਿਹੜੇ ਦੀਵੇ ਨੇ, ਠੀਕ ਆ, ਘੜੇ ਨੇ, ਠੀਕ ਆ, ਕੈਂਪਰ ਨੇ, ਬਹੁਤ ਚੀਜ਼ਾਂ ਨੇ ਜਿਹੜੀਆਂ ਉਹ ਬਣਾਉਂਦਾ। ਇਸੇ ਤਰ੍ਹਾਂ ਲੱਕੜ ਦੀ ਵਰਤੋਂ ਕਰਦੇ ਹਾਂ ਅਸੀਂ, ਲੱਕੜ ਨਾਲ, ਹੈ ਨਾ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਉਪਯੋਗਤਾ ਦੇ ਵਿੱਚ ਵਾਧਾ ਕਰਦੀਆਂ ਨੇ ਤੇ ਅਸੀਂ ਬੇਸਿਕ ਕਿਰਿਆਵਾਂ ਲੈਂਦੇ ਹਾਂ। ਤਾਂ ਉਸ ਤੋਂ ਬਾਅਦ ਅਸੀਂ ਕਰੀਏ ਉਤਪਾਦਨ ਦੀਆਂ। ਅਸੀਂ ਪਹਿਲਾਂ ਹੀ ਗੱਲ ਕਰੀ ਆ ਵੀ 4 ਚੀਜ਼ਾਂ ਨੇਗੀਆਂ ਜਿਹੜੀਆਂ ਸਾਨੂੰ ਸਹਾਇਕ ਹੁੰਦੀਆਂ ਨੇ। ਤਾਂ ਜਿਵੇਂ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਪਹਿਲੀ ਪਿਕਚਰ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ? ਭੂਮੀ। ਪਹਿਲੀ ਦੇਖੋ ਜੀ ਜ਼ਮੀਨ ਦਿੱਤੀ ਹੋਈ ਆ, ਤਾਂ ਜ਼ਮੀਨ ਬਾਰੇ ਤੁਹਾਨੂੰ ਪਤਾ ਲੱਗ ਰਿਹਾ ਵੀ ਇੱਕ ਭੂਮੀ ਆ, ਇਹਦੇ ਉੱਤੇ ਅਸੀਂ ਫਸਲਾਂ ਉਗਾ ਸਕਦੇ ਹਾਂ, ਠੀਕ ਹੈ, ਖੇਤੀ ਕਰ ਸਕਦੇ ਹਾਂ, ਠੀਕ ਹੈ, ਸਬਜ਼ੀਆਂ ਲਗਾ ਸਕਦੇ ਹਾਂ, ਆਪਣੀਆਂ ਲੋੜ ਦੀਆਂ ਵਸਤੂਆਂ ਨੇ ਜਿਹੜੀਆਂ ਪੈਦਾ ਕਰ ਸਕਦੇ ਆ। ਪਰੰਤੂ ਉਹ ਲੋੜ ਦੀਆਂ ਵਸਤੂਆਂ ਪੈਦਾ ਕਰਨ ਦੇ ਲਈ ਸਾਨੂੰ ਜਿਹੜੀਆਂ ਅਗਲੀਆਂ 3 ਚੀਜ਼ਾਂ ਉਹ ਚਾਹੀਦੀਆਂ ਨੇ। ਕਿਹੜੀਆਂ ਚਾਹੀਦੀਆਂ ਨੇ? ਕਿਰਤ ਚਾਹੀਦੀ ਆ। ਕਿਰਤ ਜਿਹੜੇ ਮਜ਼ਦੂਰ ਨੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ, ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ, ਉਹ ਅਸੀਂ ਕਿਤੇ ਲਗਾਏ ਹੋਏ ਆ? ਭੂਮੀ ਦੇ ਉੱਤੇ ਲਗਾਏ ਹੋਇਆ। ਇਸ ਤਰ੍ਹਾਂ ਜੇ ਆਪਾਂ ਤੀਜੀ ਤਸਵੀਰ ਦੀ ਗੱਲ ਕਰੀਏ, ਸਾਡੇ ਕੋਲੇ ਪੂੰਜੀ। ਹੁਣ ਤੁਸੀਂ ਕਹੋਗੇ ਪੈਸੇ ਤਾਂ ਹੈ ਹੀ ਨਹੀਂ, ਪਰੰਤੂ ਅਸੀਂ ਵਟਾਂਦਰੇ ਦਾ ਸਾਧਨ ਸੀ, ਅਸੀਂ ਉਹਦੇ ਬਦਲੇ JCB ਖਰੀਦੀ। JCB ਖਰੀਦ ਕੇ, ਠੀਕ ਆ, ਜਿਹੜੀ ਸੀਗੀ ਫਸਲਾਂ ਕੱਟਣ ਵਾਸਤੇ ਜਿਹੜੀ JCB ਸੀ ਉਹ ਆਈ ਤੇ ਉਹਦੇ ਵਾਸਤੇ ਉਹ ਪੂੰਜੀ ਆ ਸਾਡੀ ਤੀਜੀ ਤਸਵੀਰ ਦੇ ਵਿੱਚ। ਹੁਣ ਜਿਹੜਾ ਚੌਥਾ ਤਸਵੀਰ ਦੇ ਵਿੱਚ ਤੁਸੀਂ ਕਹੋਗੇ ਇਹ ਕੌਣ ਆ ਬੰਦਾ? ਇਹ ਹੈਗਾ ਉਦਮੀ, ਜਿਹੜਾ ਬੰਦਾ ਪੈਸੇ ਵੀ ਲਗਾ ਰਿਹਾ ਤੇ ਉਹ ਆਪਣੀ ਕਿਰਤ ਵੀ ਖਰਚ ਰਿਹਾ ਤੇ ਕਿਹਦੇ ਉੱਤੇ ਲਗਾ ਰਿਹਾ? ਉਹ ਭੂਮੀ ਦੇ ਉੱਤੇ। ਤਾਂ ਇਹ ਜਿਹੜੀ ਸਾਡੀ ਉਤਪਾਦਨ ਦੇ 4 ਸਾਧਨ ਸੀ ਜਿਹੜੇ ਮੁੱਖ ਸੀ, ਤਾਂ ਉਹ ਕਿਹਦੇ ਉੱਤੇ ਨਿਰਭਰ ਕਰਦੇ ਸੀ? ਭੂਮੀ, ਕਿਰਤ, ਪੂੰਜੀ ਤੇ ਉਦਮੀ ਦੇ ਉੱਤੇ। ਤਾਂ ਹੁਣ ਦੇਖੋ ਤੁਸੀਂ, ਜੇ ਆਪਾਂ ਗੱਲ ਕਰੀਏ ਘਰ ਦੇ ਵਿੱਚ, ਇਹ ਤੁਹਾਡੇ ਸਾਰੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ, ਭੂਮੀ, ਕਿਰਤ, ਪੂੰਜੀ ਤੇ ਉਦਮੀ। ਸਾਰੇ ਤੁਸੀਂ ਦੇਖਦੇ ਹੋ ਇਹਨਾਂ ਨੂੰ, ਪਰੰਤੂ ਤੁਹਾਨੂੰ ਇਹਨਾਂ ਬਾਰੇ ਜਿਹੜੀ ਡੈਫੀਨੇਸ਼ਨ ਆ ਉਹ ਇਕਨੋਮਿਕਸ ਦੇ ਮੁਤਾਬਕ ਕੀ ਆ? ਅਲੱਗ ਸੀ। ਤਾਂ ਜੇ ਅਸੀਂ ਹੁਣ ਇੱਕ ਇਹ ਚੀਜ਼ ਆ ਜਿਹੜੀ ਦੇਖੋ ਮੈਂ ਪਿਕਚਰ ਦੇ ਵਿੱਚ ਤੁਹਾਨੂੰ ਦਿਖਾਇਆ, ਕੀ ਦਿਖਾਇਆ ਤੁਹਾਨੂੰ? ਇਹ ਪਿੰਡ ਬਿਆਨ ਕਰਦੀ ਹੈ, ਇੱਕ ਤਸਵੀਰ ਦੀਆਂ ਮੁੱਖ ਤਸਵੀਰਾਂ ਨੂੰ ਬਿਆਨ ਕਰ ਰਹੀ ਆ। ਤੁਸੀਂ ਪਿਆਰੇ ਬੱਚੋ ਬਹੁਤ ਧਿਆਨ ਦੇ ਨਾਲ ਦੇਖੋ, ਫਿਰ ਮੈਂ ਇਹਦੇ ਬਾਰੇ ਡੈਫੀਨੇਸ਼ਨ ਕਰ ਰਿਹਾ। ਦੇਖੋ ਇੱਕ ਪਾਸੇ ਤੁਹਾਨੂੰ ਦਿਖਾਇਆ ਹੋਇਆ ਇੱਕ ਪਿੰਡ ਦੇ ਵਿੱਚ ਕੱਚੇ ਘਰ ਨੇ, ਪਸ਼ੂ ਪਾਲੇ ਹੋਏ ਆ, ਠੀਕ ਆ, ਤੇ ਲੋਕ ਪਾਥੀਆਂ ਪੱਥੀਆਂ ਹੋਈਆਂ ਨੇ, ਠੀਕ ਹੈ। ਇਹ ਅਨਰਥ ਕਿਰਿਆਵਾਂ ਨੇ ਜਿਹੜੀਆਂ ਉਹ ਕਰਦੇ ਨੇ, ਖੇਤੀ ਦੇ ਨਾਲ ਦੀਆਂ ਕਿਰਿਆਵਾਂ ਚੱਲ ਰਹੀਆਂ ਨੇ। ਤੇ ਦੂਸਰੇ ਪਾਸੇ ਜਿਹੜਾ ਕਿਸਾਨ ਆ ਉਹ ਆਪਣੀ ਖੇਤੀ ਫਸਲ ਉਗਾਈ ਹੋਈ ਆ, ਉਹਨੇ ਕਿਹਦੇ ਰੂਪ ਦੇ ਵਿੱਚ ਕਰ ਰਿਹਾ? ਉਹ ਜ਼ਮੀਨ ਦੇ ਉੱਤੇ ਕੰਮ ਕਰ ਰਿਹਾ ਤੇ ਜ਼ਮੀਨ ਤੋਂ ਉਹ ਫਸਲ ਦੀ ਉਪਯੋਗਤਾ ਜਿਹੜੀ ਵਧਾ ਰਿਹਾ। ਤੇ ਇਹਦੇ ਨਾਲ ਉਹਨਾਂ ਨੂੰ ਕੀ ਹੋ ਰਿਹਾ? ਬੰਦੇ ਨੇ ਜਿਹੜੇ ਖੇਤੀ ਦੇ ਉੱਤੇ ਲੱਗੇ ਹੋਏ ਆ, ਪਰੰਤੂ ਜਿਹੜੀ ਇੱਕ ਤਸਵੀਰ ਦੇ ਵਿੱਚ ਤਾਂ ਖੇਤੀਬਾੜੀ ਦਿਖਾਈ ਹੋਈ ਆ, ਪਰੰਤੂ ਜਿਹੜੇ ਇੱਕ ਤਸਵੀਰ ਦੇ ਵਿੱਚ ਮੈਂ ਕੀ ਦਿਖਾਏ ਹੋਏ ਨੇ? ਖੇਤੀ ਦੇ ਨਾਲ ਸਹਾਇਕ ਧੰਦੇ। ਕਿਉਂਕਿ ਖੇਤੀ ਦੇ ਨਾਲ ਦੇ ਸਹਾਇਕ ਧੰਦੇ ਨੇ ਜਿਵੇਂ ਪਸ਼ੂ ਪਾਲਣਾ, ਮਧੂਮੱਖੀਆਂ ਪਾਲਣਾ, ਇਹ ਚੀਜ਼ਾਂ ਨੇ ਜਿਹੜੀਆਂ ਉਹ ਕਿਹਦੇ ਵਿੱਚ? ਤਸਵੀਰ ਦੇ ਵਿੱਚ ਪਿੰਡ ਦੀ ਕਹਾਣੀ ਨੂੰ ਬਿਆਨ ਕਰਦੀਆਂ ਨੇ। ਕਿਉਂਕਿ ਪਿੰਡ ਦੇ ਵਿੱਚ ਹਰ ਪ੍ਰਕਾਰ ਦੀਆਂ ਕਿਰਿਆਵਾਂ ਹੁੰਦੀਆਂ ਨੇ, ਠੀਕ ਆ। ਹਰੇਕ ਪ੍ਰਕਾਰ ਦੇ ਲੋਕ ਹੁੰਦੇ ਆ, ਜਿਨ੍ਹਾਂ ਕੋਲੇ ਜਿੰਨੀਆਂ ਜ਼ਮੀਨਾਂ ਹੁੰਦੀਆਂ ਨੇ ਉਹਦੇ ਮੁਤਾਬਕ ਕਰਦੇ ਆ। ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੁੰਦੀ, ਵਾਹੀਯੋਗ ਜ਼ਮੀਨ ਹੁੰਦੀ ਆ, ਉਹ ਆਪਣੇ ਗੁਜ਼ਾਰੇ ਦੀ ਖੇਤੀ ਕਰਦੇ ਆ। ਜਿਨ੍ਹਾਂ ਕੋਲੇ ਜ਼ਮੀਨ ਥੋੜੀ ਹੁੰਦੀ ਆ ਉਹ ਕਿਸੇ ਤੋਂ ਲੈਂਦੇ ਆ, ਠੇਕੇ ਦੇ ਉੱਤੇ ਲੈਂਦੇ ਆ, ਤੇ ਉਹ ਕੀ ਕਰਦੇ ਆ? ਆਪਣੇ ਪਰਿਵਾਰ ਤੋਂ ਲੈ ਕੇ ਥੋੜੀ ਜਿਹੀ ਬਾਜ਼ਾਰ ਵਿੱਚ ਵੇਚਣ ਵਾਸਤੇ ਕਰਦੇ ਆ। ਪਰੰਤੂ ਜਿਹੜੇ ਵੱਡੇ ਜ਼ਿਮੀਂਦਾਰ ਹੁੰਦੇ ਆ ਉਹ ਕੀ ਕਰਦੇ ਆ? ਖੇਤੀ ਨੂੰ ਕਿੱਥੇ ਲੈ ਕੇ ਜਾਂਦੇ ਆ? ਮੰਡੀ ਦੇ ਵਿੱਚ ਲੈ ਕੇ ਜਾਂਦੇ ਆ, ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਆ। ਤਾਂ ਇਸ ਤਰ੍ਹਾਂ ਜਿਹੜੀ ਇਹ ਤਸਵੀਰ ਆ, ਇਹ ਕਲੀਅਰ ਕੱਟ ਆ ਜਿਹੜੀ ਤੁਹਾਨੂੰ ਦਿਖਾਈ ਹੋਈ ਆ। ਇਹਦੇ ਵਿੱਚ ਪਤਾ ਲੱਗਦਾ ਭੂਮੀ ਇੱਕ ਕੁਦਰਤੀ ਸਾਧਨ ਹੈ ਜਿਹਦੀ ਅਸੀਂ ਗੱਲ ਕੀਤੀ ਆ। ਕਿਰਤ ਮਨੁੱਖੀ ਸਾਧਨ ਆ। ਦੇਖੋ ਜੀ, ਕਿਰਤ ਕੌਣ ਆ? ਮਨੁੱਖ ਆ, ਤੇ ਜਿਹੜੀ ਭੂਮੀ ਆ ਉਹ ਕੁਦਰਤੀ ਆ। ਪੂੰਜੀ ਅਜਿਹਾ ਸਾਧਨ ਹੈ ਜੋ ਭੂਮੀ ਅਤੇ ਕਿਰਤ ਦਾ ਨਤੀਜਾ ਹੈ।
ਉਦਮੀ ਉਹ ਮਨੁੱਖੀ ਸਾਧਨ ਹੈ ਜੋ ਬਾਕੀ ਸਾਧਨਾਂ ਨੂੰ ਇਕੱਠਾ ਕਰਕੇ ਉਤਪਾਦਨ ਕਰਨ ਦਾ ਜੋਖਿਮ ਉਠਾਉਂਦਾ ਹੈ। ਠੀਕ ਹੈ ਜੀ, ਉਹ ਰਿਸਕ ਲੈਂਦਾ ਹਮੇਸ਼ਾ। ਰਿਸਕ ਦਾ ਮਤਲਬ ਜੋਖਿਮ, ਵੀ ਉਹ ਕੰਮ ਕਰਦਾ, ਕੋਈ ਫਸਲ ਬੀਜਦਾ, ਠੀਕ ਆ, ਖੇਤ ਦੇ ਵਿੱਚ ਕੰਮ ਕਰਨ ਵਾਸਤੇ ਉਹ ਪੈਸੇ ਵੀ ਲਗਾਉਂਦਾ ਤੇ ਮਜ਼ਦੂਰ ਵੀ ਲਗਾਉਂਦਾ। ਪਿੰਡਾਂ ਵਿੱਚ 400 ਪਰਿਵਾਰ ਰਹਿੰਦੇ ਆ, ਜਿਹੜੇ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਜਿਹੜੀ ਪਿੰਡ ਦੀ ਕਹਾਣੀ ਪੜ੍ਹ ਰਹੇ ਹਾਂ ਉਹਦੇ ਵਿੱਚ ਕਿੰਨੇ ਲੋਕ ਰਹਿੰਦੇ ਆ? 400। ਪੱਕੇ ਘਰ ਨੇ, ਬਿਜਲੀ ਦੀ ਸਹੂਲਤ ਹੈਗੀ ਆ, ਪ੍ਰਾਇਮਰੀ ਸਕੂਲ ਨੇ। ਜੇ ਅਸੀਂ ਬਿਜਲੀ ਦੀ ਸਹੂਲਤ ਦੀ ਗੱਲ ਕੀਤੀ ਆ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਪਿਆਰੇ ਬੱਚਿਓ, ਕੁਝ ਪਿੰਡ ਇਹੋ ਜਿਹੇ ਵੀ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਪਿੰਡ ਨੇ ਜਿੱਥੇ ਅਜੇ ਤੱਕ ਬਿਜਲੀ ਦੀ ਸਹੂਲਤ ਨਹੀਂ ਹੈਗੀ। ਪ੍ਰਾਇਮਰੀ ਸਕੂਲ ਛੋਟੇ ਸਕੂਲ ਹੁੰਦੇ ਆ 5ਵੀਂ ਤੱਕ ਦੇ। ਡਿਸਪੈਂਸਰੀ ਆ, ਉਸ ਵਿੱਚ ਇੱਕ ਡਾਕਟਰ ਆ, ਨਰਸ ਆ, ਸੇਵਾਦਾਰ ਆ। ਭਾਰਤ ਦੇ ਜ਼ਿਆਦਾਤਰ ਪਿੰਡ ਭਿੰਨ ਤਰ੍ਹਾਂ ਦੇ ਉਤਪਾਦਨ ਕਿਰਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਭੂਮੀ ਖੇਤੀਯੋਗ ਉਤਪਾਦਨ ਦਾ ਸਾਧਨ ਹੈ, ਇਹ ਕੁਦਰਤ ਵੱਲੋਂ ਮਿਲੀ ਹੋਈ ਹੈ। ਪਿੰਡਾਂ ਵਿੱਚ ਖੇਤਰ ਨਿਸ਼ਚਿਤ ਸੀਮਿਤ, ਆਬਾਦੀ ਹਰ ਸਾਲ ਵੱਧਦੀ ਹੈ। ਖੇਤੀਯੋਗ ਭੂਮੀ ਨੂੰ ਵਧਾਇਆ ਨਹੀਂ ਜਾ ਸਕਦਾ, ਇਹ ਪਤਾ ਹੀ ਹੈ ਤੁਹਾਨੂੰ। ਅਸੀਂ ਜੇ ਆਪਾਂ ਕਹੀਏ ਵੀ ਖੇਤੀਯੋਗ ਭੂਮੀ ਨੂੰ ਵਧਾ ਲਾਂਗੇ, ਨਹੀਂ ਵਧਾ ਸਕਦੇ। ਭਾਵੇਂ ਸਾਡੇ ਕੋਲੇ ਗਵਾਂਢੀਆਂ ਦੀ ਜ਼ਮੀਨ ਪਈ ਆ, ਪਰੰਤੂ ਉਹਨੂੰ ਅਸੀਂ ਆਪਣੇ ਪਿੰਡ 'ਚ ਨਹੀਂ ਲੈ ਕੇ ਆ ਸਕਦੇ, ਕਿਉਂਕਿ ਉਹ ਗਵਾਂਢੀਆਂ ਦੀ ਜ਼ਮੀਨ ਕਿਹਦੇ ਨਾਲ ਆ? ਉਹ ਦੂਸਰੇ ਦੇ ਨਾਲ ਹੀ ਆ। ਸਥਿਰ ਭੂਮੀ ਆ, ਉਪਜਾਊ ਸ਼ਕਤੀ ਵੱਖਰੀ ਆ, ਖੇਤਾਂ ਦੇ ਲਈ ਵਰਤੋਂ ਆ, ਖਾਲੀ ਨਹੀਂ ਛੱਡਿਆ ਜਾ ਸਕਦਾ। 3 ਫਸਲਾਂ ਹਰ ਸਾਲ ਬਿਜਲੀ ਦੇ ਸਿੰਚਾਈ ਦੀ ਵਿਵਸਥਾ ਕਰਦੇ ਹਾਂ। ਹੁਣ ਦੇਖੋ ਜੀ, ਸਾਡੇ ਕੋਲੇ ਭੂਮੀ ਦਾ ਬਹੁਤ ਸਥਿਰ ਆ, ਅਸੀਂ ਭੂਮੀ ਨੂੰ ਨਹੀਂ ਵਧਾ ਘਟਾ ਸਕਦੇ, ਕਿਉਂਕਿ ਸਾਡੇ ਕੋਲੇ ਸਾਧਨ ਨੇ ਜਿਹੜੇ ਉਹ ਸੀਮਤ ਨੇ। ਭੂਮੀ ਸਾਡੇ ਕੋਲੇ ਸੀਮਤ ਆ, ਪਰੰਤੂ ਅਸੀਂ ਉਹਦੇ ਉੱਤੇ ਉਪਜਾਊ ਸ਼ਕਤੀ ਵੱਖਰੀ ਆ। ਜੇ ਅਸੀਂ ਹਰੇਕ ਪਿੰਡ ਦੀ ਗੱਲ ਕਰੀਏ, ਉਪਜਾਊ ਸ਼ਕਤੀ ਆ ਜਿਹੜੀ ਉਹ ਕੀ ਹੁੰਦੀ ਆ? ਵੱਖਰੀ ਹੁੰਦੀ ਆ। ਮੰਨ ਲਓ ਇਹ ਤੁਹਾਡੇ ਪਿੰਡ ਦੀ ਉਪਜਾਊ ਸ਼ਕਤੀ ਹੋਰ ਹੋ ਸਕਦੀ ਆ ਤੇ ਦੂਸਰੇ ਪਿੰਡ ਦੀ ਉਪਜਾਊ ਸ਼ਕਤੀ ਉਹ ਹੋਰ ਹੋ ਸਕਦੀ ਆ। ਠੀਕ ਆ, ਅਸੀਂ ਇਹ ਮੰਨ ਕੇ ਚੱਲਦੇ ਹਾਂ ਇਸ ਪਿੰਡ ਦੀ ਕਹਾਣੀ ਦੇ ਵਿੱਚ ਕਿ ਜਿਹੜੀ ਖੇਤੀਯੋਗ ਵਰਤੋਂ ਆ ਉਹ ਹੋ ਰਹੀ ਆ ਸਾਰੀ ਜ਼ਮੀਨ ਦੇ ਉੱਤੇ। ਕਿਸੇ ਪ੍ਰਕਾਰ ਦੀ ਕਿਤੋਂ ਵੀ ਜ਼ਮੀਨ ਆ ਜਿਹੜੀ ਉਹ ਖਾਲੀ ਨਹੀਂ ਹੈਗੀ, ਸਾਰੀ ਦੀ ਸਾਰੀ ਜ਼ਮੀਨ ਆ ਜਿਹੜੀ ਉਹ ਕੀ ਆ? ਖੇਤੀਯੋਗ ਆ, ਬੰਜਰ ਜ਼ਮੀਨ ਹੈ ਨਹੀਂ। ਤੇ ਦੂਜੀ ਗੱਲ ਕੀ ਆ? ਅਸੀਂ ਜਿਹੜੀ ਇਹਦੇ ਵਿੱਚ 3 ਫਸਲਾਂ ਲੈਂਦੇ ਆ। 3 ਫਸਲਾਂ ਤੋਂ ਭਾਵ ਦੇਖੋ ਹੁਣ ਕਿਹੜਾ ਮਹੀਨਾ ਚੱਲ ਰਿਹਾ, ਜੇ ਆਪਾਂ ਹੁਣ ਦੀ ਗੱਲ ਕਰੀਏ ਸਤੰਬਰ ਅਕਤੂਬਰ। ਹੁਣ ਜਿਹੜੀ ਝੋਨੇ ਦੀ ਫਸਲ ਆ ਜਿਹੜੀ ਉਹ ਕੱਟੀ ਜਾਵੇਗੀ। ਠੀਕ ਹੈ, ਝੋਨੇ ਦੀ ਫਸਲ ਕੱਟ ਕੇ ਉਸ ਤੋਂ ਬਾਅਦ ਕੀ ਲਗਾਉਣਗੇ? ਉਹ ਮੱਕੀ ਤੇ ਸੂਰਜਮੁਖੀ ਵਰਗੀਆਂ ਫਸਲਾਂ ਲਗਾ ਸਕਦੇ ਆ। ਪਰ ਦਸੰਬਰ ਦੇ ਵਿੱਚ ਆ ਕੇ ਕੀ ਕਰਨਗੇ? ਉਹ ਦਸੰਬਰ ਦੇ ਵਿੱਚ ਕੀ ਕਰਨਗੇ? ਕਣਕ ਦੀ ਬਿਜਾਈ ਕਰਨਗੇ। ਫਿਰ ਉਹ ਅਪ੍ਰੈਲ ਦੇ ਵਿੱਚ ਚੱਲੂਗੀ। ਅਪ੍ਰੈਲ ਦੇ ਵਿੱਚ ਜਿਹੜੀ ਆਹ ਝੋਨੇ ਦੀ ਫਸਲ ਆ ਉਹ ਲਗਾਉਣਗੇ। ਹੁਣ ਜਿਹੜੀ ਝੋਨੇ ਦੀ ਫਸਲ ਆ ਜਿਹੜੀ ਉਹ ਕੀ ਹੋਗੀ? ਪੱਕ ਕੇ ਤਿਆਰ ਹੋ ਗਈ। ਤਾਂ ਇਸ ਤਰ੍ਹਾਂ ਆਪਣੀਆਂ ਅਸੀਂ ਵੱਧ ਤੋਂ ਵੱਧ ਜਿਹੜੀ ਜ਼ਮੀਨ ਸਾਡੇ ਕੋਲੇ ਸਥਿਰ ਆ, ਪਰੰਤੂ ਅਸੀਂ ਆਪਣੀਆਂ ਸੁਵਿਧਾਵਾਂ ਦੇ ਮੁਤਾਬਕ, ਆਪਣੇ ਸਿੰਚਾਈ ਦੇ ਸਾਧਨਾਂ ਦੇ ਮੁਤਾਬਕ, ਠੀਕ ਹੈ ਜੀ, ਉਹ ਕੀ ਕਰ ਸਕਦੇ ਹਾਂ? ਉਹਦੇ ਉੱਤੇ ਅਸੀਂ ਫਸਲਾਂ ਲੈ ਸਕਦੇ ਹਾਂ। 3 ਫਸਲਾਂ ਲੈ ਸਕਦੇ ਹਾਂ ਸਾਲ ਦੇ ਵਿੱਚ। ਤਾਂ 3 ਫਸਲਾਂ ਲੈਣ ਦੇ ਵਿੱਚ ਬਿਜਲੀ ਤੇ ਸਿੰਚਾਈ ਦੀ ਵਿਵਸਥਾ ਬਹੁਤ ਜ਼ਰੂਰੀ ਆ। ਤਾਂ ਬਿਜਲੀ ਆ, ਜੇ ਮੰਨ ਲਓ ਬਿਜਲੀ ਨਾ ਹੁੰਦੀ ਤਾਂ ਮੈਨੂੰ ਲੱਗਦਾ 3 ਫਸਲਾਂ ਨਹੀਂ ਲੈਤੀਆਂ ਜਾ ਸਕਦੀਆਂ ਸੀ। ਤਾਂ ਜਿਹੜੀ ਸਿੰਚਾਈ ਦੀ ਵਿਵਸਥਾ ਵੀ ਬਹੁਤ ਜ਼ਰੂਰੀ ਆ। ਹੁਣ ਜੇ ਆਪਾਂ ਗੱਲ ਕਰੀਏ, ਕੁਛ ਇਹੋ ਜਿਹੇ ਨੇ, ਜੇ 40% ਗੱਲ ਕਰੀਏ ਨਾ, 40% ਜਿਹੜੀ ਜ਼ਮੀਨ ਆ ਉਹ ਸਿੰਚਾਈ ਦੀ ਵਿਵਸਥਾ ਤੇ ਆ। ਜਿਹੜੀ 60% ਆ ਅੱਜ ਵੀ ਖੇਤੀ ਆ, ਜਿਹੜੀ 60% ਖੇਤੀ ਆ ਜਿਹੜੀ ਉਹ ਕਿਤੇ ਨਿਰਭਰ ਆ? ਉਹ ਵਰਖਾ ਤੇ ਨਿਰਭਰ ਆ। ਕਿਉਂਕਿ ਸਿੰਚਾਈ ਦੀ ਵਿਵਸਥਾ ਤਾਂ ਆਪਣੇ ਕੋਲੇ ਬਣ ਗਈ, ਅਸੀਂ ਖੂਹ ਲਾ ਲਏ, ਟਿਊਬਵੈੱਲ ਲਾ ਲਏ, ਠੀਕ ਆ, ਤੇਲ ਨਾਲ ਚੱਲਣ ਵਾਲੇ ਇੰਜਨ ਲਾ ਲਏ, ਠੀਕ ਆ, ਇਹ ਚੀਜ਼ਾਂ ਨਾਲ ਅਸੀਂ ਸਿੰਚਾਈ ਕਰਨ ਲੱਗ ਗਏ। ਅਸੀਂ ਧਰਤੀ ਥੱਲੋਂ ਪਾਣੀ ਕੱਢਣਾ ਸ਼ੁਰੂ ਕਰਤਾ। ਪਰੰਤੂ 60% ਜਿਹੜੀਆਂ ਜ਼ਮੀਨਾਂ ਨੇ ਅੱਜ ਵੀ ਉੱਥੇ ਬਿਜਲੀ ਦਾ ਪ੍ਰਬੰਧ ਨਹੀਂ ਹੈਗਾ, ਜਾਂ ਕਿਸੇ ਦਾ ਕਾਰਨ ਕਰਕੇ ਉਹ ਕਿਤੇ ਨਿਰਭਰ ਨੇ ਵਰਖਾ ਦੇ ਉੱਤੇ। ਤਾਂ ਇੱਦਾਂ ਜਿਹੜੀ ਬਿਜਲੀ ਤੇ ਅੱਧੇ ਪਿੰਡਾਂ ਦੇ ਵਿੱਚ ਅੱਜ ਵੀ ਬਿਜਲੀ ਨਹੀਂ ਹੈਗੀ। ਤਾਂ ਅਸੀਂ ਜਿਹੜੀ ਆਹ ਗੱਲ ਕਰਦੇ ਹਾਂ ਭੂਮੀ ਦੀ ਅਵਿਨਾਸ਼ਤਾ ਪ੍ਰਣਾਲੀ ਦੀ, ਤਾਂ ਉਸ ਤੋਂ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਮੈਂ ਤੁਹਾਨੂੰ ਸਾਰੀ ਕਹਾਣੀ ਡਿਟੇਲ ਦੇ ਵਿੱਚ ਦੱਸਦਾ। ਦੇਖੋ ਜੀ, ਕੁਛ ਜਿਹੜੇ ਪਿੰਡ ਨੇ ਉੱਥੇ ਜ਼ਮੀਨਾਂ ਦੇ ਉੱਤੇ ਖੇਤੀ ਹੁੰਦੀ ਆ, ਪਰੰਤੂ ਕੁਛ ਜ਼ਮੀਨਾਂ ਦੇ ਵਿੱਚ ਖੇਤੀ ਨਹੀਂ ਹੁੰਦੀ। ਤਾਂ ਜਦੋਂ ਮੰਨ ਲਓ ਅਸੀਂ 1966-67 ਦੇ ਵਿੱਚ ਹਰੀ ਕ੍ਰਾਂਤੀ ਆਈ, ਤਾਂ ਹਰੀ ਕ੍ਰਾਂਤੀ ਆਉਣ ਦਾ ਕਾਰਨ ਕੀ ਸੀ? ਹਰੀ ਕ੍ਰਾਂਤੀ ਆਉਣ ਦਾ ਕਾਰਨ ਇਹ ਸੀ ਕਿ ਅਸੀਂ ਜਿਹੜੀਆਂ ਆਧੁਨਿਕ ਢੰਗ ਦੇ ਨਾਲ ਖੇਤੀ ਕਰਨੀ ਸ਼ੁਰੂ ਕੀਤੀ। ਅਸੀਂ ਪਹਿਲਾਂ ਹੱਥ ਦੇ ਨਾਲ ਖੇਤੀ ਕਰਦੇ ਸੀ, ਫਿਰ ਅਸੀਂ ਮਸ਼ੀਨੀ ਖੇਤੀ ਕਰਨੀ ਸ਼ੁਰੂ ਕੀਤੀ। ਮਸ਼ੀਨੀ ਖੇਤੀ ਕਿਵੇਂ? ਟਰੈਕਟਰ ਟਰਾਲੀਆਂ ਦੇ ਨਾਲ ਅਸੀਂ ਖੇਤੀ ਸ਼ੁਰੂ ਕੀਤੀ। ਠੀਕ ਹੈ ਜੀ, ਅਸੀਂ ਨਵੇਂ ਜਿਹੜੇ ਸੀ ਜੈਵਿਕ ਖਾਦਾਂ, ਠੀਕ ਆ, ਰਸਾਇਣਿਕ ਖਾਦਾਂ, ਨਵੇਂ ਬੀਜ, ਉਪਜਾਊ ਸ਼ਕਤੀ ਦੇ ਬੀਜ ਲਾਏ, ਠੀਕ ਆ, ਪਾਣੀ ਦੇ ਸਿੰਚਾਈ ਦੇ ਸਾਧਨ ਵਰਤੇ ਤੇ ਹੋਰ ਚੀਜ਼ਾਂ ਸੀ ਜਿਹੜੀਆਂ ਵਰਤੀਆਂ, ਤੇ ਜਿਹੜੀ ਸਾਡੀ ਸਿੰਚਾਈ ਸੀ ਉਹ ਵੱਧ ਗਈ ਆਧੁਨਿਕ ਤਰੀਕੇ ਦੇ ਨਾਲ। ਹੁਣ ਕਈ ਤੱਟਵਰਤੀ ਸਥਾਨਾਂ ਦੇ ਉੱਤੇ ਜਿਹੜੀ ਸਿੰਚਾਈ ਦੀ ਵਿਵਸਥਾ ਬਹੁਤ ਵਧੀਆ, ਕਈ ਸਥਾਨਾਂ ਦੇ ਉੱਤੇ ਜਿਹੜੀ ਸਿੰਚਾਈ ਦੀ ਵਿਵਸਥਾ ਵਧੀਆ ਨਹੀਂ ਹੈਗੀ, ਪਰੰਤੂ ਫਿਰ ਵੀ ਅਸੀਂ ਸਿੰਚਾਈ ਜਿਹੜੀ ਖੇਤੀ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਤੇ ਜਿਵੇਂ ਜਿਵੇਂ ਅਸੀਂ ਸਾਧਨਾਂ ਦੀ ਵਰਤੋਂ ਕਰ ਰਹੇ ਹਾਂ, ਤਾਂ ਸਾਧਨਾਂ ਦੀ ਵਰਤੋਂ ਦੇ ਨਾਲ ਜਿਹੜੀ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਵੱਧ ਰਹੀ ਆ। ਪਰੰਤੂ ਜੇ ਅਸੀਂ ਨਵੇਂ ਸਾਧਨ ਵਰਤਦੇ ਹਾਂ
ਤੇ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਥੱਲੋਂ ਜੇ ਅਸੀਂ ਅੱਜ ਦੀ ਗੱਲ ਕਰਦੇ ਹਾਂ, ਜਿਹੜੀ ਅੱਜ ਦੇ ਸਾਡੇ ਜ਼ਮੀਨੀ ਨਿਘਾਰ ਦੇ ਵੱਲ ਜਾ ਰਹੀ ਆ, ਤੁਸੀਂ ਕਹੋਗੇ ਉਹ ਕਿਵੇਂ ਜਾ ਰਹੀ ਹੈ? ਜ਼ਮੀਨ ਦਾ ਪਾਣੀ ਆ ਜਿਹੜਾ ਉਹ ਇਹ ਮੰਨ ਕੇ ਚਲੋ ਵੀ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ 20 ਸਾਲਾਂ ਨੂੰ ਇਹ ਮੰਨ ਕੇ ਚੱਲਦਾ ਵੀ ਪਾਣੀ ਆ ਜਿਹੜਾ ਉਹ ਖਤਮ ਹੋ ਜਾਊਗਾ, ਕਿਉਂਕਿ ਪਹਿਲਾਂ 50 ਫੁੱਟ ਤੇ ਪਾਣੀ ਸੀ, ਫਿਰ 100 ਫੁੱਟ ਤੇ, ਫਿਰ 200, 300, 400, ਹੁਣ 500 ਫੁੱਟ ਤੱਕ ਜਿਹੜਾ ਪਾਣੀ ਉਹ ਨੀਚੇ ਚਲਾ ਗਿਆ। ਨੀਚੇ ਜਾਣ ਦੇ ਨਾਲ ਜਿਹੜਾ ਪਾਣੀ ਦੀ ਬਜਾਏ ਪਾਣੀ ਜਿਹੜਾ ਘਟਦਾ ਜਾਂਦਾ, ਜਿਹੜੀ ਅਸੀਂ ਸਿੰਚਾਈ ਜਾਂ ਅਸੀਂ ਜਿੰਨੀ ਖੇਤੀ ਕਰਦੇ ਹਾਂ ਉਹ ਪਾਣੀ ਦੇ ਉੱਤੇ ਨਿਰਭਰ ਆ। ਤੇ ਅੱਛਾ, ਅਗਲੀ ਗੱਲ ਜਿਹੜੀ ਅਸੀਂ ਕੀ ਕਰਦੇ ਹਾਂ, ਅਸੀਂ ਜਿਹੜੇ ਨਵੇਂ ਤੋਂ ਨਵੇਂ ਸਾਧਨ ਵਰਤ ਲਏ, ਕਿਉਂਕਿ ਅਸੀਂ ਕੀ ਕਰਦੇ ਹਾਂ ਵੀ ਜਿਹੜੀ ਇੱਕ ਫਸਲ ਅਸੀਂ ਦੂਜੀ ਫਸਲ ਲੈਣ ਵਾਸਤੇ ਅਸੀਂ ਹਮੇਸ਼ਾ ਭੂਮੀ ਦੀ ਗਲਤ ਉਪਯੋਗ ਕਰਦੇ ਹਾਂ। ਉਹ ਕਿਵੇਂ ਗਲਤ ਉਪਯੋਗ ਕਰਦੇ ਹਾਂ? ਜਿਵੇਂ ਮੰਨ ਲਓ ਅਸੀਂ ਖੇਤ ਦੇ ਵਿੱਚ ਨਵੇਂ ਬੀਜ ਪਾਤੇ, ਰਸਾਇਣਿਕ ਖਾਦਾਂ ਪਾਤੀਆਂ, ਤਾਂ ਉਹਦੇ ਨਾਲ ਜਿਹੜੇ ਧਰਤੀ ਦੀ ਨਾਈਟ੍ਰੋਜਨ ਆ ਉਹ ਕੀ ਹੋ ਰਹੀ ਆ? ਖਤਮ ਹੋ ਰਹੀ ਆ। ਇਹਦੇ ਲਈ ਸਾਡਾ ਕਈ ਚੀਜ਼ਾਂ ਦੇ ਉੱਤੇ ਅਸੀਂ ਨਿਰਭਰ ਹਾਂ। ਜਿਵੇਂ ਅਸੀਂ ਮੰਨ ਕੇ ਚੱਲਦੇ ਹਾਂ ਵੀ ਜਿਵੇਂ ਅਸੀਂ ਖੇਤੀ ਦੇ ਝੋਨੇ ਦੀ ਗੱਲ ਕਰਦੇ ਹਾਂ, ਜੇ ਮੰਨ ਲਓ ਅਸੀਂ ਝੋਨਾ ਲਗਾਉਂਦੇ ਹਾਂ, ਝੋਨੇ ਦੇ ਵਿੱਚ ਜਿਹੜੀ ਪਰਾਲੀ ਹੁੰਦੀ ਆ, ਠੀਕ ਆ, ਉਹ ਰਹਿੰਦ ਖੂੰਦ ਹੁੰਦੀ ਆ ਜਿਹੜੀ ਉਹਦੀ, ਠੀਕ ਆ, ਬਾਲਣ ਵਾਸਤੇ ਵਰਤੀ ਜਾਂਦੀ ਆ, ਤੂੜੀ ਵਾਸਤੇ ਵਰਤੀ ਜਾਂਦੀ ਆ। ਪਰੰਤੂ ਅੱਜ ਜਿਹੜੀ ਉਹ ਰਹਿੰਦ ਖੂੰਦ ਆ ਜਾਂ ਪਰਾਲੀ ਆ, ਕਿਉਂਕਿ ਉਹਦੇ ਸਹੀ ਜ਼ਮੀਨ ਦੇ ਵਿੱਚ ਨਾਪਣ ਦੇ ਸਾਡੇ ਕੋਲੇ ਸਾਧਨ ਬਹੁਤ ਘੱਟ ਨੇ, ਤੇ ਜਦੋਂ ਅਸੀਂ ਉਹਨਾਂ ਨੂੰ ਕੀ ਕਰਦੇ ਹਾਂ, ਅਸੀਂ ਪਰਾਲੀ ਨੂੰ ਤੇ ਜਿਹੜੀ ਰਹਿੰਦ ਖੂੰਦ ਆ ਉਹਨੂੰ ਅਸੀਂ ਕੀ ਕਰਦੇ ਹਾਂ? ਅੱਗ ਲਗਾ ਦਿੰਦੇ ਹਾਂ। ਤੇ ਜਿਹੜੀ ਅੱਗ ਲਗਾਉਣ ਨਾਲ ਜਿਹੜੀ ਅਵਿਨਾਸ਼ਤਾ ਉਹ ਵੱਧਦੀ ਆ, ਪਰਾਲੀ ਨਾਲ ਅਵਿਨਾਸ਼ਤਾ ਜਿਹੜੀ ਵੱਧ ਰਹੀ ਆ, ਉਹਦੇ ਨਾਲ ਨੁਕਸਾਨ ਜਿਹੜਾ ਜ਼ਮੀਨ ਨੂੰ ਬਹੁਤ ਜ਼ਿਆਦਾ ਹੋ ਰਿਹਾ। ਦੇਖੋ ਜੀ, ਜਿਹੜੇ ਉਹਦੇ ਸੂਖਮ ਜੀਵ ਸੀ, ਉਰਲੀ ਸੀ, ਬੈਕਟੀਰੀਆ ਸੀ, ਜਿੰਨੇ ਰਸਾਇਣਿਕ ਖਾਦ ਸੀ, ਪਸ਼ੂ ਪੰਛੀ ਜਿੰਨੀ ਉਹਦੀ ਲਪੇਟ ਦੇ ਵਿੱਚ ਆਉਂਦੇ ਆ, ਤਾਂ ਉਹ ਸਾਰੇ ਕੀ ਹੋ ਜਾਂਦੇ ਆ? ਨਸ਼ਟ ਹੋ ਜਾਂਦੇ ਆ ਜਦੋਂ ਅਸੀਂ ਕਿਹਨੂੰ ਅੱਗ ਲਗਾਉਂਦੇ ਆ? ਪਰਾਲੀ ਨੂੰ ਅੱਗ ਲਗਾਉਂਦੇ ਆ। ਪਰੰਤੂ ਜਿਹੜਾ ਤੁਸੀਂ ਇਹ ਸਾਧਨ ਦੇਖ ਰਹੇ ਹੋ, ਇਹ ਪਰਾਲੀ ਨੂੰ ਇਹਦੇ ਬਾਰੇ ਵੀ ਮੈਂ ਗੱਲ ਕਰੂੰਗਾ। ਪਹਿਲਾਂ ਇਸ ਗੱਲ ਨੂੰ, ਜਦੋਂ ਅਸੀਂ ਅੱਗ ਲਗਾਉਂਦੇ ਆ ਤਾਂ ਜ਼ਮੀਨ ਦਾ ਜਿਹੜਾ ਤਾਪਮਾਨ ਆ ਉਹ ਕੀ ਹੁੰਦਾ? ਵੱਧਦਾ। ਜ਼ਮੀਨ ਦਾ ਤਾਪਮਾਨ ਵਧਣ ਕਰਕੇ ਜਿਹੜਾ ਸਾਡਾ ਵਾਤਾਵਰਨ ਦੀ ਜਿਹੜਾ ਸਹੀ ਮੇਲ ਨਹੀਂ ਖਾ ਸਕਦਾ। ਜਿਹੜਾ ਹੁਣ ਤੁਸੀਂ ਰੋਟਾਵੇਟਰ ਆ ਤੁਸੀਂ ਦੇਖਦੇ ਹੋ, ਤਾਂ ਇਹ ਭੂਮੀ ਦੀ ਵਿਨਾਸ਼ਤਾ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀ ਬਜਾਏ ਇਸ ਨੂੰ ਰੋਟਾਵੇਟਰ ਨਾਂ ਦੀ ਮਸ਼ੀਨ ਨਾਲ ਜ਼ਮੀਨ ਵਿੱਚ ਮਿਲਾਇਆ ਜਾ ਸਕਦਾ। ਹੁਣ ਜਦੋਂ ਅਸੀਂ ਪਰਾਲੀ ਨੂੰ ਵੱਢਦੇ ਹਾਂ, ਪਰਾਲੀ ਨੂੰ ਵੱਢਣ ਦੇ ਨਾਲ ਜੇ ਅਸੀਂ ਰੋਟਾਵੇਟਰ ਦੀ ਮਦਦ ਦੇ ਨਾਲ ਕੀ ਕਰੀਏ? ਜ਼ਮੀਨ ਦੇ ਉੱਤੇ ਕੰਮ ਕਰੀਏ, ਤਾਂ ਅਸੀਂ ਉਹਨੂੰ ਕੀ ਕਰ ਸਕਦੇ ਹਾਂ? ਬਚਾ ਸਕਦੇ ਹਾਂ। ਹੁਣ ਜੇ ਅਸੀਂ ਰੋਟਾਵੇਟਰ ਦੀ ਗੱਲ ਕਰੀਏ ਤਾਂ ਇਹਦੇ ਨਾਲ ਕੀ ਆ? ਇੱਕ ਤਾਂ ਦੇਖੋ ਜਿੰਨੇ ਸੂਖਮ ਜੀਵ, ਉੱਲੀ, ਵਿਸ਼ਾਣੂ ਨੇ ਜਿਹੜੇ ਉਹ ਬਚ ਜਾਣਗੇ, ਤੇ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹ ਕੀ ਹੋ ਸਕਦੀਆਂ ਨੇ? ਉਹ ਸਾਡੇ ਵਾਸਤੇ ਇੱਕ ਫਾਇਦੇਮੰਦ ਹੋਣਗੀਆਂ। ਤਾਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿਰਤ ਦੀ। ਖੇਤੀ ਦੇ ਕੰਮਾਂ ਵਿੱਚ ਲੱਗੇ ਲੋਕਾਂ ਕੋਲ ਖੇਤੀ ਵਾਸਤੇ ਜ਼ਿਆਦਾ ਭੂਮੀ ਨਹੀਂ, 20% ਲੋਕ ਮਾਲਕ ਭੂਮੀ ਦੇ ਨੇ, 100 ਪਰਿਵਾਰ ਦਰਮਿਆਨੇ ਨੇ। ਦੇਖੋ ਜੀ, ਜੇ ਅਸੀਂ ਕਿਰਤ ਦੀ ਗੱਲ ਕਰਦੇ ਹਾਂ ਤਾਂ 20% ਲੋਕਾਂ ਕੋਲੇ ਭੂਮੀ ਆ, ਉਸ ਤੋਂ ਵੱਧ ਨਹੀਂ ਹੈਗੀ। 100% ਲੋਕ ਦਰਮਿਆਨੇ ਆ, ਕੁਝ ਕੋਲੇ 50 ਪਰਿਵਾਰਾਂ ਕੋਲੇ ਜ਼ਮੀਨ ਨਹੀਂ ਹੈਗੀ। ਕਿਰਤ ਦਾ ਅਰਥ ਕਿਸੇ ਤਰ੍ਹਾਂ ਦੇ ਸਰੀਰਕ ਮਾਨਸਿਕ ਕੰਮ ਤੋਂ ਹੈ। ਉਦੇਸ਼ ਲਈ ਧਨ ਦੀ ਪ੍ਰਾਪਤੀ, ਖੁਸ਼ੀ ਲਈ ਖੇਡ, ਸਮਾਜ ਸੇਵਾ, ਆਪਣੇ ਬੱਚਿਆਂ ਨੂੰ ਦੇਖਣਾ, ਡਾਕਟਰ ਆਦਿ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਧਨ ਦੀ ਪ੍ਰਾਪਤੀ ਦੇ ਲਈ ਅਸੀਂ ਕਰਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਅਸੀਂ ਇਹਦੀ ਗੱਲ ਕਰੀਏ, ਕਿਰਤ ਕਿਰਿਆਸ਼ੀਲ ਸਾਧਨ ਹੈ। ਕਿਰਤ ਪੂਰਤੀ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ। ਭਾਰਤ ਵਿੱਚ ਕਿਰਤੀਆਂ ਦੀ ਜਨਸੰਖਿਆ ਵੱਧ ਰਹੀ ਹੈ। ਕਿਰਤ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਹੈ। ਕਿਰਤ ਗਤੀਸ਼ੀਲ ਹੈ। ਦੇਖੋ ਜੀ, ਕਿਰਤ ਇਹਨੂੰ ਮੰਨਦੇ ਹੋ ਤੁਸੀਂ ਕਿਰਿਆਸ਼ੀਲ ਆ, ਤੇ ਇਹਨੂੰ ਵਧਾ ਘਟਾ ਸਕਦੇ ਹਾਂ, ਕਿਉਂਕਿ ਅਸੀਂ ਜੇ ਮੰਨ ਲਓ 10 ਮਜ਼ਦੂਰ ਲਾਉਣੇ ਆ, 5 ਲਾਉਣੇ ਆ, ਠੀਕ ਆ। ਕਿਰਤੀਆਂ ਦੀ ਜਨਸੰਖਿਆ ਵੱਧਦਾ, ਕਿਉਂਕਿ ਅਸੀਂ ਦੇਖਦੇ ਹਾਂ ਬਿਹਾਰ ਇੱਧਰੋਂ ਲੋਕ ਜਿੰਨੀ ਆਬਾਦੀ ਵੱਧ ਹੋਊਗੀ ਸਾਡੇ ਕੋਲੇ, ਉਨੇ ਹੀ ਸਾਡੇ ਕੋਲੇ ਜਿਹੜੇ ਕਿਰਤੀ ਨੇ ਉਹ ਵੱਧ ਹੋਣਗੇ। ਕਿਉਂਕਿ ਅਸੀਂ ਦੂਸਰੇ, ਜਿਵੇਂ ਹੁਣ ਮੈਂ ਬਿਹਾਰ ਦੀ ਗੱਲ ਕਰੀ ਆ, ਠੀਕ ਆ, ਯੂਪੀ ਦੀ ਗੱਲ ਕਰਦੇ ਹਾਂ, ਤਾਂ ਇੱਧਰੋਂ ਜਿਹੜੇ ਲੋਕ ਨੇ ਉਹ ਮਜ਼ਦੂਰੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਉਂਦੇ ਆ ਤੇ ਦੂਸਰੇ ਸਥਾਨਾਂ ਦੇ ਉੱਤੇ ਵੀ ਜਾਂਦੇ ਆ, ਤੇ ਇਹਨੂੰ ਅਸੀਂ ਵੇਚ ਤੇ ਖਰੀਦ ਸਕਦੇ ਹਾਂ। ਕਿਰਤ ਗਤੀਸ਼ੀਲ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਖੇਤੀ ਲਈ ਕਿਰਤ ਕਿੱਥੋਂ ਮਿਲਦੀ ਆ। ਉਹ ਸਾਨੂੰ ਖੇਤੀ ਲਈ ਕਿਰਤ ਉੱਤਰ ਪ੍ਰਦੇਸ਼ ਰਾਜਾਂ ਤੋਂ ਮਿਲਦੀ ਹੈ, ਠੀਕ ਹੈ। ਵਸਤੂਆਂ, ਪੂੰਜੀ ਤੋਂ ਭਾਵ ਉਹ ਵਸਤੂਆਂ ਨੇਗੀਆਂ ਜਿਹੜੀਆਂ ਵਸਤੂਆਂ ਦੇ ਉਤਪਾਦਨ ਵਿੱਚ ਪ੍ਰਯੋਗ ਹੁੰਦੀਆਂ ਨੇ। ਉਤਪਾਦਨ ਦੇ, ਕਿਉਂਕਿ ਵਸਤੂਆਂ ਦੇ ਉਤਪਾਦਨ ਵਿੱਚ ਅਗਾਤਾਂ ਦੀ ਤਰ੍ਹਾਂ ਪ੍ਰਯੋਗ ਹੁੰਦੀਆਂ ਨੇ। ਇਮਾਰਤ ਦਾ ਪ੍ਰਯੋਗ ਨਿੱਜੀ ਘਰਾਂ ਵਿੱਚ ਕੀਤਾ ਜਾਂਦਾ ਹੈ ਤੇ ਉਹ ਪੂੰਜੀ ਨਹੀਂ ਹੁੰਦੀ, ਪਰੰਤੂ ਜੇਕਰ ਉਤਪਾਦਨ ਦੇ ਉਦੇਸ਼ ਨਾਲ ਵਰਤਿਆ ਜਾਂਦਾ ਹੈ ਤਾਂ ਉਹ ਪੂੰਜੀ ਹੋਵੇਗੀ। ਜਿਵੇਂ ਹੁਣ ਅਸੀਂ ਫੈਕਟਰੀ ਦੀ ਗੱਲ ਕਰਦੇ ਹਾਂ, ਬੈਂਕ ਦੀ ਗੱਲ ਕਰਦੇ ਹਾਂ, ਪੂੰਜੀ ਉਹ ਪੂੰਜੀ ਆ, ਪਰੰਤੂ ਜੇ ਅਸੀਂ ਆਪਣੇ ਲਈ ਵਰਤਦੇ ਹਾਂ ਉਹ ਪੂੰਜੀ ਨਹੀਂ ਹੈਗੀ, ਠੀਕ ਹੈ ਜੀ। ਜੇ ਅਸੀਂ ਦੂਸਰੇ ਵਾਸਤੇ ਵਰਤਦੇ ਹਾਂ ਤਾਂ ਉਹ ਸਾਡੇ ਵਾਸਤੇ ਉਹ ਪੂੰਜੀ ਆ, ਕਿਉਂਕਿ ਜੇ ਮੰਨ ਲਓ ਆਪਾਂ ਆਪਦੇ ਘਰ ਦੀ ਹੀ ਰੇਟ ਲਾਈਏ ਤਾਂ ਉਹਦਾ ਕੋਈ ਮੁੱਲ ਨਹੀਂ ਹੈਗਾ, ਕਿਉਂਕਿ ਉਹ ਲੱਖਾਂ ਰੁਪਈਆਂ ਦੇ ਵਿੱਚ ਵੀ ਨਹੀਂ ਮਿਲਦਾ। ਪਰੰਤੂ ਜੇ ਅਸੀਂ ਦੂਜੇ ਵਾਸਤੇ ਲਗਾਈਏ ਇਹ ਮੁੱਲ ਕੀ ਆ? ਬਹੁਤ ਜ਼ਿਆਦਾ ਆ। ਪੂੰਜੀ ਦੀਆਂ ਵਿਸ਼ੇਸ਼ਤਾਵਾਂ। ਪੂੰਜੀ ਕਿਰਤ ਦਾ ਸਾਧਨ ਹੈ। ਪੂੰਜੀ ਸਾਨੂੰ ਕਿਤੋਂ ਮਿਲਦੀ ਆ? ਕਿਰਤ ਤੋਂ ਮਿਲਦੀ ਆ। ਇਹ ਇੱਕ ਉਤਪਾਦਨ ਦਾ ਗੌਣ ਸਾਧਨ ਆ। ਪੂੰਜੀ ਹਸਤਾਂਤਰਿਕ ਹੋ ਸਕਦੀ ਹੈ। ਹਸਤਾਂਤਰਿਕ ਮਤਲਬ
ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਅਸੀਂ ਜੇ ਮੰਨ ਲਓ ਇੱਕ ਦੁਕਾਨਦਾਰ ਕੋਲੇ ਸੀ ਪੂੰਜੀ ਤੇ ਕਿਹਦੇ ਕੋਲੇ ਚਲੀ ਗਈ ਵਿਕਰੇਤਾ ਕੋਲੇ ਆ ਗਈ, ਖਰੀਦਦਾਰ ਕੋਲੇ ਆ ਸਕਦੀ ਆ। ਪੂੰਜੀ ਵਿੱਚ ਪੂੰਜੀ ਦੀ ਕਸਾਈ ਹੁੰਦੀ ਹੈ, ਠੀਕ ਆ। ਜੇ ਮੰਨ ਲਓ ਅਸੀਂ ਪੂੰਜੀ ਲਗਾਈ ਹੋਈ ਆ ਦੁਕਾਨ ਦੇ ਉੱਤੇ, ਠੀਕ ਆ, ਅੱਜ ਉਹ ਜਿਹੜੀ ਚੀਜ਼ ਸੀ ਅਸੀਂ ਕੋਈ ਪੂੰਜੀ ਖਰੀਦ ਕੇ ਲੈ ਲਈ ਤੇ ਕੱਲ ਨੂੰ ਉਹ ਜਿਹੜੀ ਚੀਜ਼ ਆ ਉਹ ਘਟ ਸਕਦੀ ਆ, ਕਿਉਂਕਿ ਜੇ ਅਸੀਂ ਮਸ਼ੀਨਰੀ ਦੀ ਗੱਲ ਕਰੀਏ, ਮੈਂ ਤੁਹਾਨੂੰ ਸਾਰਿਆਂ ਨੂੰ ਵੱਡੀ ਉਦਾਹਰਨ ਦਿੰਦਾ, ਤੁਸੀਂ ਕਾਰ ਲੈ ਲਈ, ਕਾਰ ਅੱਜ ਤੁਸੀਂ 5 ਲੱਖ ਰੁਪਏ ਦੀ ਲੈ ਲੈਣੇ ਹੋ, ਤਾਂ ਜਿਹੜੇ ਮੰਨ ਲਓ 1 ਸਾਲ ਬਾਅਦ ਵੀ ਜੇ ਤੁਸੀਂ ਉਹਨੂੰ ਵੇਚੋਗੇ, ਜਦੋਂ ਤੁਸੀਂ 1 ਸਾਲ ਬਾਅਦ ਵੀ ਉਹਨੂੰ ਵੇਚੋਗੇ ਤਾਂ ਉਹ ਕਿੰਨੇ ਦੀ ਰਹਿ ਜੂਗੀ? 4 ਲੱਖ ਦੀ। ਇਹ ਪੂੰਜੀ ਦੀ ਕਸਾਈ ਆ। ਉਸ ਤੋਂ ਬਾਅਦ ਗੱਲ ਕਰੀਏ ਉਦਮੀ ਦੀ। ਉਦਮੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਆਰਥਿਕ ਨਿਰਣੇ ਲੈਂਦਾ ਹੈ, ਜੋਖਿਮ ਉਠਾਉਂਦਾ ਹੈ। ਕਿਹੜੀ ਵਸਤੂ ਦਾ ਉਸ ਵਸਤੂ ਦੀ ਕਿੰਨੀ ਮਾਤਰਾ ਵਿੱਚ ਉਤਪਾਦਨ ਕੀਤਾ ਜਾਣਾ ਹੈ, ਇਸ ਦਾ ਨਿਰਣਾ ਉਦਮੀ ਕਰਦਾ ਹੈ। ਇਸ ਲਾਭ ਦੇ ਉਦੇਸ਼ ਨਾਲ ਕੰਮ ਕਰਦਾ ਹੈ, ਉਹ ਜੋਖਿਮ ਉਠਾਉਂਦਾ ਹੈ। ਉਤਪਾਦਨ ਦੇ ਬਾਕੀ ਸਾਧਨ ਭੂਮੀ, ਕਿਰਤ, ਪੂੰਜੀ ਵਿੱਚ ਤਾਲਮੇਲ ਕਰਕੇ ਉਤਪਾਦਨ ਕਰਦਾ ਹੈ। ਪਿੰਡਾਂ ਵਿੱਚ ਖੇਤੀ ਉਤਪਾਦਨ ਕਿਰਿਆ ਕਿਸਾਨ ਇੱਕ ਉਦਮੀ ਦੀ ਭੂਮਿਕਾ ਨਿਭਾਉਂਦਾ ਹੈ। ਤਾਂ ਜੇ ਅਸੀਂ ਇਹਦੀ ਗੱਲ ਕਰਦੇ ਹਾਂ, ਉਦਮੀ ਹੈ ਜਿਹੜਾ ਉਤਪਾਦਨ ਦੀ ਪ੍ਰਕਿਰਿਆ ਦੇ ਨਿਰਣੇ ਲੈਂਦਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਸੀਂ ਕਰੀਏ ਉਤਪਾਦਨ ਦਾ ਮੰਡੀਕਰਨ। ਤਾਂ ਉਤਪਾਦਨ ਪਿੰਡ ਦੇ ਸਾਰੇ ਕਿਸਾਨ ਉਤਪਾਦਨ ਦੇ ਪਹਿਲੇ 3 ਕਾਰਕਾਂ ਦੇ ਪ੍ਰਯੋਗ ਨਾਲ ਭੂਮੀ ਉੱਤੇ ਫਸਲਾਂ ਪੈਦਾ ਕਰਦੇ ਨੇ। ਤਾਂ ਆਪਾਂ ਪਹਿਲਾਂ ਹੀ ਗੱਲ ਕਰੀ, ਠੀਕ ਹੈ ਜੀ। ਤਾਂ ਜਿਹੜੇ 3 ਸਾਧਨ ਨੇ ਉਹਨਾਂ ਨੂੰ ਅਸੀਂ ਜੋੜਦੇ ਹਾਂ, ਜੋੜ ਕੇ ਅਸੀਂ ਉਹਨਾਂ ਦੇ ਕੀ ਕਰਦੇ ਹਾਂ, ਇੱਕ ਫਸਲਾਂ ਪੈਦਾ ਕਰਦੇ ਹਾਂ। ਦਰਮਿਆਨੇ ਦੇ ਵੱਡੇ ਪੱਧਰ ਦੇ ਕਿਸਾਨ ਆਪਣੇ ਪਰਿਵਾਰ ਤੇ ਉਪਭੋਗਤਾ ਵਾਸਤੇ ਕੁਝ ਫਸਲਾਂ ਰੱਖ ਕੇ ਬਚੀ ਹੋਈ ਫਸਲ ਨੂੰ ਨੇੜੇ ਦੀ ਮੰਡੀ ਵਿੱਚ ਵੇਚ ਦਿੰਦੇ ਆ। ਜਿਹੜੇ ਤਾਂ ਦਰਮਿਆਨੇ ਦੇ ਵੱਡੇ ਪੱਧਰ ਦੇ ਕਿਸਾਨ ਨੇ ਉਹ ਕੀ ਕਰਦੇ ਆ, ਆਪਣੇ ਲਈ ਫਸਲ ਰੱਖਦੇ ਆ, ਬਾਕੀ ਫਸਲ ਆ ਜਿਹੜੀ ਕੀ ਕਰਦੇ ਆ ਉਹ ਮੰਡੀ ਦੇ ਵਿੱਚ ਵੇਚਦੇ ਆ। ਜਿਹੜੇ ਛੋਟੇ ਕਿਸਾਨ ਨੇ ਉਹ ਆਪਣੇ ਪਰਿਵਾਰ ਦੇ ਲਈ ਰੱਖਦੇ ਆ। ਵੱਡੇ ਤੇ ਦਰਮਿਆਨੇ ਵਰਗ ਕਿਸਾਨ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਆ, ਠੀਕ ਆ, ਤੇ ਉਹ ਕੀ ਕਰਦੇ ਆ, ਕਮਾਈ ਕਰਦੇ ਆ। ਤਾਂ ਇਦਾਂ ਦੇ ਜਿਹੜੇ ਆਪਣੇ ਕੋਲੇ ਖੇਤੀ ਕਰਦੇ ਆ, ਖੇਤੀ ਦਾ ਮੰਡੀਕਰਨ ਹੁੰਦਾ। ਮੰਡੀਕਰਨ ਦੇ ਵਿੱਚ ਜਿਹੜੇ ਵੱਡੇ ਤੇ ਦਰਮਿਆਨੇ ਨੇ ਉਹੀ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਆ, ਬਾਕੀ ਤਾਂ ਜਿਹੜੀ ਉਹ ਪੂਰਤੀ ਹੁੰਦੀ ਆ ਉਹ ਲੋਕਾਂ ਕੋਲੇ ਜਾਂਦੀ ਆ, ਠੀਕ ਹੈ ਜੀ। ਇਹ ਅਨਾਜ ਮੰਡੀ ਆ। ਅਨਾਜ ਮੰਡੀ ਦੇ ਵਿੱਚ ਕਿਹੜੇ ਕਿਸਾਨ ਵੇਚਦੇ ਆ ਤੇ ਲੈਂਦੇ ਆ, ਤਾਂ ਤੁਸੀਂ ਦੇਖੋ ਜਿਹੜੇ ਤਾਂ ਛੋਟੇ ਪਰਿਵਾਰ ਨੇ ਜਾਂ ਛੋਟੇ ਕਿਸਾਨ ਨੇ ਜਿਨ੍ਹਾਂ ਕੋਲੇ ਤਾਂ ਖੇਤੀ ਨਹੀਂ ਹੈਗੀ ਤਾਂ ਗੁਜ਼ਾਰੇ ਜੋਗੀ ਖੇਤੀ ਕਰਦੇ ਆ, ਉਹ ਮੰਡੀ ਦੇ ਵਿੱਚ ਨਹੀਂ ਆਉਂਦੇ। ਮੈਂ ਤੁਹਾਨੂੰ ਹੁਣੀ ਕਿਹੜੀ ਗੱਲ ਦੱਸ ਕੇ ਹਟਿਆ ਵੀ ਜਿਹੜੇ ਵੱਡੇ ਕਿਸਾਨ ਨੇ, ਮੰਨ ਲਓ 100 ਤੋਂ ਵੱਧ ਉਹਨਾਂ ਦੀਆਂ ਜੋਤਾਂ ਛੋਟੀਆਂ ਨਹੀਂ ਹੈਗੀਆਂ, ਖੇਤਾਂ ਦੀ ਵੰਡ ਆ ਜਿਹੜੀ ਵੱਡੀ ਆ, ਤੇ ਉਹ ਆਪਣੀ ਫਸਲ ਨੂੰ ਕਿੱਥੇ ਲੈ ਕੇ ਜਾਂਦੇ ਆ, ਮੰਡੀ ਦੇ ਵਿੱਚ ਲੈ ਕੇ ਜਾਂਦੇ ਆ, ਮੰਡੀ ਦੇ ਵਿੱਚ ਵੇਚਦੇ ਆ ਤੇ ਇਹ ਆੜ੍ਹਤੀਏ ਖਰੀਦਦੇ ਆ। ਉਸ ਤੋਂ ਬਾਅਦ ਜਿਹੜੀ ਇਹ ਲੋਕਾਂ ਦੇ ਕੋਲੇ ਚੀਜ਼ ਆ ਜਿਹੜੀ ਚਲੀ ਜਾਂਦੀ ਆ। ਤਾਂ ਖੇਤੀ ਸਹਾਇਕ ਤੇ ਗੈਰ ਖੇਤੀ ਕਿਰਿਆਵਾਂ ਕਹਾਣੀ ਵਿਚਲੀ ਨੂੰ ਖੇਤੀ ਤੋਂ ਇਲਾਵਾ ਹੋਰ ਕਿਰਿਆਵਾਂ ਨਾਲ ਜੋੜ ਕੇ ਆਪਣੀ ਜੀਵਿਕਾ ਕਮਾਉਂਦੇ ਆ। ਜਿਵੇਂ ਡੈਰੀ ਇੱਕ ਖੇਤੀ ਜੀਵਿਕਾ ਕੀ ਹੁੰਦੀ ਆ, ਆਪਣੀ ਆਮਦਨ, ਠੀਕ ਹੈ ਜੀ। ਤਾਂ ਡੈਰੀ ਇੱਕ ਖੇਤੀ ਸਹਾਇਕ ਕਿਰਿਆ ਹੈ। ਜਿਵੇਂ ਮੰਨ ਲਓ ਅਸੀਂ ਖੇਤੀ ਕਰ ਰਹੇ ਹਾਂ, ਖੇਤੀ ਦੇ ਨਾਲ ਅਸੀਂ ਹੋਰ ਕਿਰਿਆਵਾਂ ਜੋੜਦੇ ਹਾਂ, ਉਹਨੂੰ ਅਸੀਂ ਕੀ ਕਹਿੰਦੇ ਆ, ਬਹੁ ਫਸਲੀ ਵੀ ਕਹਿ ਸਕਦੇ ਹਾਂ ਜਾਂ ਬਹੁ ਕਿਰਿਆਵਾਂ ਕਹਿ ਸਕਦੇ ਹਾਂ। ਡੈਰੀ ਇੱਕ ਖੇਤੀ ਸਹਾਇਕ ਕਿਰਿਆ ਹੈ ਜਿਸ ਵਿੱਚ ਇਕੱਠਾ ਕੀਤਾ ਦੁੱਧ ਆਪਣੇ ਪਿੰਡ ਅਤੇ ਨੇੜਲੇ ਸ਼ਹਿਰ ਖੇਤਰਾਂ ਦੇ ਨੇੜੇ ਲੈ ਕੇ ਪਿੰਡ ਦੇ ਦੁੱਧ ਸ਼ੀਤਲ ਕੇਂਦਰਾਂ ਵਿੱਚ ਵੇਚਿਆ ਜਾਂਦਾ ਹੈ। ਅਸੀਂ ਕੀ ਕਰ ਸਕਦੇ ਹਾਂ, ਦੇਖੋ ਜੀ, ਮੈਂ ਸਹਾਇਕ ਧੰਦੇ ਆ ਫੋਟੋ ਇਸੇ ਕਰਕੇ ਲਗਾਈ ਹੋਈ ਆ ਤਾਂ ਤੁਹਾਨੂੰ ਇਹਦੇ ਵਿੱਚੋਂ ਕਲੀਅਰ ਹੋ ਜਾਊਗਾ। ਦੇਖੋ ਜੀ, ਸਹਾਇਕ ਧੰਦੇ ਮੁਰਗੀ ਪਾਲਣਾ ਇਹ ਵੀ ਹੋ ਸਕਦਾ। ਦੂਜਾ ਆਪਣੇ ਕੋਲੇ ਦੁਕਾਨਦਾਰੀ ਹੋ ਸਕਦੀ ਹੈ, ਠੀਕ ਆ। ਸ਼ਾਇਦ ਅੱਗੇ ਹੈਗਾ ਗੁੜ ਕੱਢ ਰਹੇ ਆ, ਠੀਕ ਆ। ਅੱਗੇ ਹੈਗਾ ਉਹ ਮੱਝਾਂ ਗਾਵਾਂ ਨੂੰ ਪਾ ਰਹੇ ਆ ਇੱਕ ਉਹਦੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਦਵਾਈਆਂ ਹੋ ਸਕਦੀਆਂ ਨੇ, ਦਵਾਈਆਂ ਦੀ ਦੁਕਾਨ ਹੋ ਸਕਦੀ ਹੈ, ਇਹ ਵੀ ਸਹਾਇਕ ਧੰਦਿਆਂ ਦੇ ਵਿੱਚ ਆ ਗਈ ਤੁਹਾਡੇ ਕੋਲੇ। ਉਸ ਤੋਂ ਬਾਅਦ ਆ ਗਈ ਤੁਹਾਡੇ ਕੋਲੇ ਮਧੂਮੱਖੀਆਂ ਦਾ ਪਾਲਣਾ, ਇਹ ਸਾਰੇ ਕੀ ਨੇ, ਸਹਾਇਕ ਧੰਦੇ। ਤੇ ਉਸ ਤੋਂ ਬਾਅਦ ਇਹ ਗੈਰ ਖੇਤੀ ਕਿਰਿਆਵਾਂ ਵੀ ਨੇ। ਇਹਦੇ ਵਿੱਚ ਗੈਰ ਖੇਤੀ ਕਿਰਿਆਵਾਂ ਆਪਣੇ ਕੋਲੇ 2 ਦਿਖਾਈਆਂ ਨੇ, ਜਿਹੜੀਆਂ ਵਿਚਕਾਰਲੀਆਂ ਫੋਟੋਆਂ ਵਾਲੀਆਂ ਨੇ, ਤੇ ਬਾਕੀ ਜਿਹੜੀਆਂ ਤਸਵੀਰਾਂ ਚੱਲ ਰਹੀਆਂ ਨੇ ਉਹ ਕੀ ਨੇ, ਖੇਤੀ ਸਹਾਇਕ ਨੇ। ਦੇਖੋ ਜੀ, ਲਾਸਟ ਜਿਹੜੀਆਂ ਆਸੇ-ਪਾਸੇ ਵਾਲੀਆਂ ਤਸਵੀਰਾਂ ਨੇ ਚਾਰੇ, ਉਹ ਕੀ ਨੇ, ਖੇਤੀ ਸਹਾਇਕ, ਤੇ ਦੂਸਰੀਆਂ ਕੀ ਨੇ, ਗੈਰ ਸਹਾਇਕ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜੀਆਂ ਖੇਤੀ ਦੇ ਨਾਲ ਕਿਰਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਖੇਤੀ ਸਹਾਇਕ ਕਿਰਿਆਵਾਂ ਵੀ ਕਹਿ ਸਕਦੇ ਹਾਂ। ਤਾਂ ਇੱਦਾਂ ਆਪਣੇ ਕੋਲੇ ਮੈਂ ਇਹਦੇ ਨਾਲ ਸੰਬੰਧਿਤ ਨੇ ਥੋੜ੍ਹੇ ਜਿਹੇ ਕੁਝ ਕੁਐਸਚਨ ਨੇ ਜਿਹੜੇ ਉਹ ਤਿਆਰ ਕਰੇ ਹੋਏ ਆ, ਤੇ ਉਹ ਪੁੱਛਾਂਗੇ ਆਪਾਂ। 1 ਹੈਕਟੇਅਰ ਕਿੰਨੇ ਏਕੜ ਦੇ ਬਰਾਬਰ ਹੁੰਦਾ ਹੈ? ਤਾਂ 2 ਏਕੜ ਦੇ ਬਰਾਬਰ ਹੁੰਦਾ ਹੈ। ਤਾਂ ਕਲੀਅਰ ਹੀ ਹੈ ਇਹ ਕੁਐਸਚਨ। ਹੇਠ ਲਿਖਿਆਂ ਵਿੱਚੋਂ ਕਿਹੜਾ ਉਤਪਾਦਨ ਦਾ ਸਾਧਨ ਨਹੀਂ ਹੈ? ਕਿਹੜਾ ਨਹੀਂ ਹੈਗਾ? ਭੂਮੀ, ਕਿਰਤ, ਪੂੰਜੀ ਜਾਂ ਬਾਜ਼ਾਰ। ਉਹ ਆਰਥਿਕ ਕਿਰਿਆ ਜਿਸ ਦੇ ਰਾਹੀਂ ਵਸਤੂਆਂ ਅਤੇ ਸੇਵਾਵਾਂ ਦਾ ਉਪਯੋਗ ਦਾ ਮੁੱਲ ਵਿੱਚ ਵਾਧਾ ਕੀਤਾ ਜਾਂਦਾ ਹੈ। ਅਸੀਂ ਕੀਤਾ ਹੈ ਨਾ, ਤੇ ਇਹਦੇ ਆਨਸਰ ਵੀ ਦਿਖਾਈ ਉਹ ਕਰ ਹੀ ਦਿੰਦੇ ਹਾਂ। ਤਾਂ ਇਹਦੇ ਵਿੱਚ ਕੀ ਹੋਇਆ ਆਪਣੇ ਕੋਲੇ, ਪਹਿਲਾ ਕੀ ਹੋ ਗਿਆ, ਪਹਿਲਾ ਆਨਸਰ ਕੀ ਹੋ ਗਿਆ ਸੀਗਾ, ਕਿੰਨੇ ਏਕੜ ਆ, 2 ਏਕੜ। ਉਸ ਤੋਂ ਬਾਅਦ ਉਤਪਾਦਨ ਦਾ ਸਾਧਨ ਨਹੀਂ ਹੈਗਾ, ਉਹ ਕੀ ਆ, ਭੂਮੀ। ਉਸ ਤੋਂ ਬਾਅਦ ਉਹ ਆਰਥਿਕ ਕਿਰਿਆਵਾਂ ਜਿਸ ਦੇ ਰਾਹੀਂ ਵਸਤੂਆਂ ਅਤੇ ਸੇਵਾਵਾਂ ਦੀ ਉਪਯੋਗਤਾ ਦਾ ਮੁੱਲ ਵਿੱਚ ਵਾਧਾ ਕੀਤਾ ਜਾਂਦਾ ਹੈ। ਕਿਹੜੀਆਂ ਆਰਥਿਕ ਕਿਰਿਆਵਾਂ ਨੇ?
ਜੇ ਅਸੀਂ ਵਸਤੂਆਂ ਦੇ ਲਗਾਉਣੇ ਆ ਤਾਂ ਉਹ ਕੀ ਆ ਉਤਪਾਦਨ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੇਠ ਲਿਖਿਆ ਵਿੱਚੋਂ ਕਿਹੜੀ ਰੱਬੀ ਦੀ ਫਸਲ ਆ, ਕਿਹੜੀ ਆ ਦੱਸੋ ਜੀ। ਕਣਕ, ਜੌਂ, ਛੋਲੇ ਕੇ ਉਪਰੋਕਤ ਸਾਰੇ, ਠੀਕ ਹੈ ਜੀ। ਤਾਂ ਇਹ ਆਪਣੇ ਕੋਲੇ ਕੁਐਸਚਨ ਸੀ। ਤਾਂ ਮੈਂ ਇੱਕ ਵਾਰ ਫੇਰ ਜਿਹੜੀ ਇਹ ਕਹਾਣੀ ਆ ਤੁਹਾਨੂੰ ਮੈਂ ਦੁਬਾਰੇ ਫੇਰ ਗੱਲ ਕਰ ਰਿਹਾ ਇਹਦੇ ਬਾਰੇ। ਤੇ ਇਹਦੇ ਵਿੱਚ ਆਪਾਂ ਨੇ ਜਿਹੜਾ ਕੁਝ ਪੜ੍ਹਿਆ ਉਹਦੇ ਵਿੱਚ ਆਪਾਂ ਨੇ ਦੇਖੋ ਜਿਹੜੀਆਂ ਸਹਾਇਕ ਕਿਰਿਆਵਾਂ ਸੀ ਸਾਡੀਆਂ, ਜਾਂ ਅਸੀਂ ਇਹਦੇ ਬਾਰੇ ਕੀ ਕੁਝ ਪੜ੍ਹਿਆ, ਪੂਰਤੀ ਪੜ੍ਹੀ, ਮੰਗ ਪੜ੍ਹੀ, ਠੀਕ ਆ, ਬਾਜ਼ਾਰ ਪੜ੍ਹਿਆ, ਮੰਡੀ ਪੜ੍ਹੀ, ਠੀਕ ਆ, ਤੇ ਕੀ ਕੁਛ ਪਿੰਡ ਦੇ ਵਿੱਚ ਵਾਪਰਦੀਆਂ, ਕਿਹੜੀਆਂ ਘਟਨਾਵਾਂ ਨੇ ਸਾਡੇ ਨਾਲ ਵਾਪਰਦੀਆਂ ਨੇ, ਅਸੀਂ ਉਹਦੇ ਬਾਰੇ ਪੜ੍ਹਿਆ। ਉਸ ਤੋਂ ਬਾਅਦ ਅਸੀਂ ਦੇਖੀਏ ਗੱਲ ਮਨੁੱਖ ਦੀਆਂ ਡੈਸ਼ ਹਨ, ਉਦਮੀ ਡੈਸ਼ ਹੈ, ਭੂਮੀ ਉਤਪਾਦਨ ਦਾ ਡੈਸ਼ ਹੈ, ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਪੈਦਾ ਕਰਨ ਨੂੰ ਬਹੁ ਫਸਲੀ ਵਿਧੀ ਕਹਿੰਦੇ ਹਨ। ਪੰਜਾਬ ਨੂੰ ਦੇਸ਼ ਦੀ ਡੈਸ਼ ਵਜੋਂ ਜਾਣਿਆ ਜਾਂਦਾ ਹੈ। ਕੁਝ ਮਜ਼ਦੂਰ ਡੈਸ਼ ਪ੍ਰਵਾਸ ਕਰਦੇ ਹਨ ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ। ਮਨੁੱਖ ਦੀਆਂ ਲੋੜਾਂ ਕੀ ਨੇ, ਅਸੀਮਤ ਨੇ। ਉਦਮੀ ਕੀ ਕਰਦਾ, ਜੋਖਿਮ ਲੈਂਦਾ। ਭੂਮੀ ਉਤਪਾਦਨ ਦਾ ਕੀ ਆ, ਕੁਦਰਤੀ ਸਾਧਨ। ਇੱਕ ਸਾਲ ਦੇ ਵਿੱਚ ਇੱਕ ਟੁਕੜੇ ਉੱਤੇ ਇੱਕ ਤੋਂ ਜ਼ਿਆਦਾ ਫਸਲਾਂ ਉਗਾਉਂਦੇ ਹਾਂ ਅਸੀਂ, ਉਹਨਾਂ ਨੂੰ ਕੀ ਕਹਿੰਦੇ ਆ, ਮੈਂ ਦੱਸ ਕੇ ਹਟਿਆ, ਬਹੁ ਫਸਲੀ ਵਿਧੀ। ਪੰਜਾਬ ਨੂੰ ਦੇਸ਼ ਦੇ ਅਨਾਜ ਦੀ ਕੀ ਕਹਿੰਦੇ ਆ, ਟੋਕਰੀ ਕਹਿੰਦੇ ਆ, ਕਿਉਂਕਿ 60% ਆ ਜਿਹੜਾ ਕਣਕ ਤੇ 35% ਝੋਨਾ ਅਸੀਂ ਪੂਰਾ ਕੇਂਦਰ ਦੇ ਮੁਤਾਬਕ ਜਿਹੜਾ ਅਸੀਂ ਪੈਦਾ ਕਰਦੇ ਹਾਂ, ਤਾਂ ਕਰਕੇ ਇਹਨੂੰ ਕੀ ਕਹਿੰਦੇ ਆ, ਅਨਾਜ ਦੀ ਟੋਕਰੀ ਕਹਿੰਦੇ ਹਨ। ਕੁਝ ਮਜ਼ਦੂਰ ਜਿਹੜੇ ਇੱਕ ਰਾਜ ਤੋਂ ਦੂਜੇ ਰਾਜ ਤੱਕ ਪ੍ਰਵਾਸ ਕਰਦੇ ਆ ਉਹਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ। ਤਾਂ ਪਿਆਰੇ ਬੱਚੋ ਇਹ ਆਪਣਾ ਲੈਸਨ ਸੀਗਾ, ਤਾਂ ਇਹਦੇ ਬਾਰੇ ਅਸੀਂ ਗੱਲ ਕੀਤੀ। ਤੇ ਜੇ ਅਸੀਂ ਅੱਜ ਇੱਕ ਪਿੰਡ ਦੀ ਕਹਾਣੀ ਬਾਰੇ ਪੜ੍ਹਿਆ, ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਸਮਝ ਤਰੀਕੇ ਨਾਲ ਆਈ ਹੋਣੀ, ਕਿਉਂਕਿ ਮੈਂ ਜਿਹੜੀਆਂ ਉਦਾਹਰਨਾਂ ਸੀ ਤੁਹਾਡੀ ਲਾਈਫ ਦੇ ਵਿੱਚੋਂ, ਆਪਣੀ ਲਾਈਫ ਦੇ ਵਿੱਚੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤਾਂ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ, ਜਿੰਨਾ ਚਿਰ ਤੁਸੀਂ ਉਦਾਹਰਨਾਂ ਨਹੀਂ ਸਮਝਦੇ ਉਨਾ ਚਿਰ ਤੁਸੀਂ ਕੀ ਨਹੀਂ ਹੋ ਸਕਦੇ, ਉਦਾਹਰਨਾਂ ਆਪਣੇ ਕੋਲੋਂ ਵੀ ਕ੍ਰੀਏਟ ਕਰਿਆ ਕਰੋ। ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।